जी। सतनाम वाहिगुरु जी। तुदे आगे अरदास हमारी, जियो पिंड सब तेरा। कहो नानक सब तेरी वड्याई, कहो नानक सब तेरी वड्याई। कोई ना हो ना जाने मेरा, ज्ञान त्यान किश कर्म ना जाना, सार न जाना तेरी। सब ते बड़ा सतगुर नानक, जिन कल राखी मेरी। जिन कल राखी मेरी। आसरा जी मैनू तेरे चरनां दा, आसरा जी मैनू तेरे चरनां दा। आसरा जी मैनू तेरे चरनां दा, आसरा जी मैनू तेरे चरनां दा, आसरा जी मैनू तेरे चरनां दा, आसरा जी मैनू तेरे चरनां दा। आसरा जी मैनू तेरे चरनां दा, आसरा जी मैनू तेरे चरनां दा। आसरा जी मैनू तेरे चरनां दा, आसरा जी मैनू तेरे चरनां दा, आसरा जी मैनू तेरे चरनां दा, आसरा जी मैनू तेरे चरनां दा। तेरे चरनां दा, तेरे चरनां दा, तेरे चरनां दा, तेरे चरनां दा। तेरे चरनां, तेरे चरनां दा, तेरे चरनां दा, तेरे चरनां दा। तेरे चरनां दा, तेरे चरनां दा, तेरे चरनां तेरे चरनां दा, तेरे चरनां दा, तेरे चरनां दा, तेरे चरनां दा। तेरे चरनां, तेरे चरनां दा,
ਆਸਰਾ ਜੀ ਮੈਨੂੰ ਤੇਰੇ ਤੇਰੇ ਨਾਮ ਦੇ ਤੇਰੇ ਨਾਮ ਦੇ ਸੁਹਾਰੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦਗੀ ਦਾ ਤੇਰੇ ਨਾਮ ਦੇ ਸੁਹਾਰੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦਗੀ ਦਾ ਤੇਰੇ ਨਾਮ ਦੇ ਸਹਾਰੇ ਪਾਰ ਲੰਘਣਾ ਮੇਰਾ ਜ਼ਿੰਦਗੀ ਦਾ ਤੇਰੇ ਨਾਮ ਦੇ ਸਹਾਰੇ ਪਾਰ ਲੰਘਣਾ ਮੇਰਾ ਜ਼ਿੰਦਗੀ ਦਾ ਤੇਰੇ ਨਾਮ ਦੇ ਸਹਾਰੇ ਪਾਰ ਲੰਘਣਾ ਮੇਰਾ ਮੇਰੀ ਜ਼ਿੰਦਗੀ ਦਾ ਤੇਰੇ ਨਾਮ ਦੇ ਸਹਾਰੇ ਪਾਰ ਲੰਘਣਾ ਮੇਰਾ ਮੇਰੀ ਜ਼ਿੰਦਗੀ ਦਾ ਓ ਬੇੜਾ ਮੇਰੀ ਜ਼ਿੰਦਗੀ ਦਾ ਬੇੜਾ ਮੇਰੀ ਜ਼ਿੰਦਗੀ ਦਾ ਮੇਰਾ ਮੇਰੀ ਜ਼ਿੰਦਗੀ ਦਾ ਤੇਰਾ ਮੇਰੀ ਜ਼ਿੰਦਗੀ ਦਾ ਤੇਰਾ ਮੇਰੀ ਜ਼ਿੰਦਗੀ ਦਾ ਤੇਰਾ ਮੇਰੀ ਜ਼ਿੰਦਗੀ ਦਾ ਤੇਰੇ ਨਾਮ ਦੇ ਸੁਹਾਰੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦਗੀ ਦਾ ਤੇਰੇ ਨਾਮ ਦੇ ਸੁਹਾਰੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦਗੀ ਦਾ
परम सत्कारयोग सतगुरां दी साजी और नवाजी हुई गुरु स्वरूप गुरु खालसा साध संगत जी, सब तो पहला साहिबे कमाल साहिब श्री गुरु गोबिंद सिंह महाराज सच्चे पातशाह जी की बख्शिश दहराइए, प्यार और सत्कार दे नाल बुलाइए, फतेह लवाइए, हाजरी कोई भी रसना बांझी ना रवे। इको वारी कहण ते रसना नूं करिए पवित्र, सीस नूं झुकाइए। सारी संगत गज बज के आखो जी वाहिगुरु जी का खालसा वाहिगुरु जी की फतेह। आओ साध संगत, काफ़ी ਸਮਿਆਂ ਤੋਂ जो ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੇ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੁਰਬਾਣੀ ਦੀਆਂ ਵਿਚਾਰਾਂ, ਗੁਰ ਇਤਿਹਾਸ ਸਰਵਣ ਕਰਦੇ ਆ ਰਹੇ ਹੋ। ਆਓ ਜਿੰਨਾ ਕੁ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਬਖਸ਼ਿਸ਼ ਕਰਦੇ ਨੇ, ਉਤਨਾ ਕੁ ਸਮਾਂ ਆਪਣੇ ਦੁਨਿਆਵੀ ਕੰਮ ਧੰਦੇ ਸੰਕੋਚ ਕਰਕੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਗੁਰਬਾਣੀ ਨੂੰ ਪੜ੍ਹ ਸੁਣ ਕੇ ਸੇਵਾ ਤੇ ਸਿਮਰਨ ਕਰਕੇ ਆਪਣੇ ਮਨੁੱਖਾ ਦੇ ਸਰੀਰ ਤੇ ਸਵਾਸਾਂ ਰੂਪੀ ਕੁੰਜੀ ਨੂੰ ਆਪਾਂ ਸਫਲ ਬਣਾਉਣਾ ਕਰਿਆ ਕਰੀਏ ਜੀ। ਜ਼ਿੰਦਗੀ ਬੜੀ ਸਾਧ ਸੰਗਤ ਅਮੋਲਕ ਹੈ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਵੀ ਇਹ ਜ਼ਿੰਦਗੀ ਜਿਹੜੀ ਮਿਲੀ ਹੈ ਬਾਰ-ਬਾਰ ਵੀ ਨਹੀਂ ਮਿਲਦੀ। ਸਾਧ ਸੰਗਤ ਹੈ ਵੀ ਬੜੀ ਅਮੋਲਕ, ਤੇ ਦਿਨ ਰਾਤ ਅਸੀਂ ਇਸ ਜ਼ਿੰਦਗੀ ਨੂੰ ਮਨਮੁਖਾਂ ਦੀ ਕੁਸੰਗਤ ਕਰਕੇ, ਸਾਧ ਸੰਗਤ ਮਾੜੇ ਕਰਮ ਕਰਕੇ, ਲੋਭ ਲਾਲਚ ਤ੍ਰਿਸ਼ਨਾਵਾਂ ਈਰਖਾ ਦਵੈਤ ਨਿੰਦਿਆ ਚੁਗਲੀ ਦੇ ਵਿੱਚ ਖੱਚ ਧੋ ਕੇ ਇਹਨੂੰ ਬਰਬਾਦ ਕਰ ਰਹੇ ਹਾਂ, ਵਿਅਰਥ ਗਵਾ ਰਹੇ ਹਾਂ। ਹੁਣ ਜਿਨ੍ਹਾਂ ਦੇ ਪ੍ਰਥਾਏ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਕੇ ਸਮਝਾਉਂਦੇ ਨੇ ਵੀ ਸਰੀਰਕ ਜ਼ਿੰਦਗੀ ਬੜੀ ਮੋਲਕ ਕਿਉਂ ਹੈ। ਮਹਾਰਾਜ ਕਹਿੰਦੇ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੁਣ ਸਾਰਾ ਕਹਿੰਦੇ ਸਾਧ ਸੰਗਤ ਦਿਨ ਖਾਣ ਪੀਣ ਦੇ ਧੰਦਿਆਂ ਵਿੱਚ ਬਤੀਤ ਕਰ ਲਿਆ, ਰਾਤ ਸਾਰੀ ਮਹਾਰਾਜ ਕਹਿੰਦੇ ਸੌਂ ਕੇ ਗਵਾ ਲਈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆਖਰਕਾਰ ਅੱਗੇ ਕੀ ਹੋਇਆ। ਹੁਣ ਦਿਨ ਵੀ ਗਵਾ ਲਿਆ, ਰਾਤ ਵੀ ਗਵਾ ਲਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਈ। ਇਹ ਜ਼ਿੰਦਗੀ ਬੜੀ ਮੋਲਕ ਹੈ, ਹੀਰੇ ਮੋਤੀਆਂ ਦੇ ਨਾਲੋਂ ਵੀ ਸਾਧ ਸੰਗਤ ਮਹਿੰਗੀ, ਜਿਹਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ। ਪਰ ਅੱਜ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਸੇਵਾ ਸਿਮਰਨ ਤੋਂ ਬਿਨਾਂ ਕੌਡੀਆਂ ਦੇ ਭਾਅ ਜਾ ਰਹੀ ਹੈ, ਜਿਹਦੀ ਕੋਈ ਕੀਮਤ ਹੀ ਨਹੀਂ। ਸਾਧ ਸੰਗਤ ਹੀਰੇ ਮੋਤੀਆਂ ਦੇ ਨਾਲੋਂ ਵੀ ਮਹਿੰਗਾ ਇਹ ਸਰੀਰ ਅੱਜ ਵਿਅਰਥ ਕਿਉਂ ਜਾ ਰਿਹਾ। ਸਾਧ ਸੰਗਤ ਕੌਡੀਆਂ ਦੇ ਭਾਅ ਕਿਉਂ ਜਾ ਰਹੇ ਹੈ? ਕਿਉਂਕਿ ਅਸੀਂ ਬੰਦਗੀ ਨਹੀਂ ਕਰਦੇ, ਨਾਮ ਨਹੀਂ ਜਪਦੇ। ਉਹ ਪਰਿਪੂਰ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਕਦੇ ਸ਼ੁਕਰਾਨਾ ਨਹੀਂ ਸਾਧ ਸੰਗਤ ਕਰਦੇ। ਉਹ ਪ੍ਰਮਾਤਮਾ ਨੂੰ ਕਦੇ ਚੇਤੇ ਨਹੀਂ ਕਰਦੇ। ਦਿਨ ਰਾਤ ਵਿਕਾਰਾਂ ਦੇ ਵਿੱਚ ਹੀ ਮਹਾਰਾਜ ਕਹਿੰਦੇ ਜ਼ਿੰਦਗੀ ਗੁਜ਼ਾਰਦਾ ਰਹਿੰਦਾ। ਆਖਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਕਹਿੰਦੇ ਜਦੋਂ ਬੰਦਾ ਵਿਕਾਰਾਂ ਦੇ ਵਿੱਚ ਖੱਚਤ ਹੋ ਜੇ ਨਾ, ਮਾੜੇ ਪਾਸੇ ਵੱਲ ਚੱਲ ਪਏ, ਤਾਂ ਗੁਰਬਾਣੀ ਨੇ ਫਿਰ ਲਾਂਭਾ ਬੜਾ ਵੱਡਾ ਦਿੱਤਾ। ਸਾਧ ਸੰਗਤ ਸਤਿਗੁਰੂ ਕਹਿੰਦੇ 100 ਉਲਾਂਭੇ ਦਿਨੈ ਕੈ ਰਾਤੀ ਮਿਲਨ ਸਹਾਂਸ, ਸਿਵਤ ਸਲਾਹਨ ਛੱਡ ਕੇ ਕਰਾਂਗੀ ਲੱਗਾ ਹੰਸ, ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਵਾਚਨ ਕਰਕੇ ਸਮਝਾਉਂਦੇ ਨੇ, ਪਿਆਰਿਆ 100 ਲਾਂਭੇ ਤੇਰੇ ਦਿਨ ਦੇ ਆਉਂਦੇ ਨੇ, ਰਾਤਰੀ ਪਤਾ ਨਹੀਂ ਕਿੰਨੇ ਕੁ ਲਾਂਭਿਆਂ ਦਾ ਗੁਨਾਹਗਾਰ ਹੋਏਗਾ। ਪਰ ਕੀ ਕੀਤਾ? ਕਹਿੰਦੇ ਵਾਹਿਗੁਰੂ ਪ੍ਰਮਾਤਮਾ ਦੀ ਸਿਫਤ ਨੂੰ ਛੱਡ ਕੇ ਕਰਾਂਗੀ ਲੱਗਾ ਹੰਸ। ਜਨਮ ਕਹਿੰਦੇ ਹੰਸਾਂ ਵਰਗਾ ਤੀ, ਪਰ ਜੇ ਕਿਤੇ ਹੰਸ ਕਰੰਗਾਂ ਤੇ ਬਹਿ ਜਾਣੇ ਆ, ਕਹਿੰਦੇ ਸੋਭਾ ਨਹੀਂ ਦਿੰਦਾ, ਸੋਹਣਾ ਨਹੀਂ ਲੱਗਦਾ। ਇਸੇ ਤਰ੍ਹਾਂ ਬੰਦਾ ਜਿਹੜਾ ਇਨਸਾਨ ਮਨੁੱਖ
ਕਿਤੇ ਮਨਮੁਖਾਂ ਦੀ ਕੁਸੰਗਤ ਵਿੱਚ ਬੈਠਾ ਕਹਿੰਦੇ ਸੋਭਾ ਨਹੀਂ ਦਿੰਦਾ, ਸੋਹਣਾ ਨਹੀਂ ਲੱਗਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਤੇ ਜਾਈ ਇਹ ਜੀਵਨ ਨੂੰ ਵਿਅਰਥ ਨਾ ਗਵਾ ਲਈ। 100 ਲਾਂਭੇ ਦਿਨ ਦੇ ਸਾਧ ਸੰਗਤ ਸਾਡੇ ਆਉਂਦੀ ਨੇ। ਇਸੇ ਕਰਕੇ ਸਤਿਗੁਰੂ ਜੀ ਬਾਰ-ਬਾਰ ਸਾਨੂੰ ਸਮਝਾਉਣਾ ਕਰਦੇ ਨੇ, ਉਹ ਦਿਨ ਰਾਤ ਦੇ ਉਲਾਂਭੇ 100 ਆਉਂਦੇ ਨੇ, ਭਗਤੀ ਤੋਂ ਹੀਣ ਆਮਨਾ। ਦਿਨ ਰਾਤ ਦੇ ਉਲਾਂਭੇ 100 ਆਉਂਦੇ ਨੇ, ਭਗਤੀ ਤੋਂ ਹੀਣ ਆਮਨਾ। ਦਿਨ ਰਾਤ ਦੇ ਉਲਾਂਭੇ 100 ਆਉਂਦੇ ਨੇ, ਭਗਤੀ ਤੋਂ ਹੀਣ ਆਮਨਾ। ਦਿਨ ਰਾਤ ਦੇ ਉਲਾਂਭੇ 100 ਆਉਂਦੇ ਨੇ, ਭਗਤੀ ਤੋਂ ਹੀਣ ਆਮਨਾ। ਭਗਤੀ ਤੋਂ ਹੀਣ ਆਮਨਾ। ਦਿਨ ਰਾਤ ਦੇ ਉਲਾਂਭੇ 100 ਆਉਂਦੇ ਨੇ, ਭਗਤੀ ਤੋਂ ਹੀਣ ਆਮਨਾ। ਭਗਤੀ ਤੋਂ ਹੀਣ ਆਮਨਾ। ਉਹ ਭਗਤੀ ਤੋਂ ਹੀਣ ਆਮਨਾ। 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 ਉਹ ਦਿਨ ਰਾਤ ਦੇ ਲਾਂਭੇ 100 ਆਉਂਦੇ ਨੇ, ਭਗਤੀ ਤੋਂ ਹੀਣ ਆਮਨਾ। ਦਿਨ ਰਾਤ ਦੇ ਲਾਂਭੇ 100 ਆਉਂਦੇ ਨੇ, ਭਗਤੀ ਤੋਂ ਹੀਣ ਆਮਨਾ। ਦਿਨ ਰਾਤ ਦੇ ਉਲਾਂਭੇ 100 ਆਉਂਦੇ ਨੇ, ਭਗਤੀ ਤੋਂ ਹੀਣ ਆਮਨਾ। ਦਿਨ ਰਾਤ ਦੇ ਉਲਾਂਭੇ 100 ਆਉਂਦੇ ਨੇ, ਭਗਤੀ ਤੋਂ ਹੀਣ ਆਮਨਾ। ਸਤਿਗੁਰੂ ਕਹਿੰਦੇ 100 ਲਾਂਭੇ ਦਿਨੇ ਕੇ ਰਾਤੀ ਮਿਲਨ ਸਹਾਂਸ। ਸਿਵਤ ਸਲਾਹਨ ਛੱਡ ਕੇ ਕਰਾਂਗੀ ਲੱਗਾ ਹੰਸ। 100 ਲਾਂਭੇ ਕਹਿੰਦੇ ਦਿਨ ਦੇ ਆਉਂਦੇ ਨੇ, ਰਾਤਰੀ ਪਤਾ ਨਹੀਂ ਕਿੰਨੇ ਕੁ ਲਾਂਭਿਆਂ ਦਾ ਗੁਨਾਹਗਾਰ ਹੋਏਗਾ। ਪਰ ਵਾਹਿਗੁਰੂ ਪ੍ਰਮਾਤਮਾ ਦੀ ਸਿਵਤ ਨੂੰ ਛੱਡ ਕੇ, ਉਹਦੀ ਬੰਦਗੀ ਨੂੰ ਛੱਡ ਕੇ, ਉਹਦਾ ਨਾਮ ਜਪਣਾ ਛੱਡ ਕੇ ਕਰਾਂਗੀ ਲੱਗਾ ਹੰਸ। ਕਹਿੰਦੇ ਸਰੀਰ ਹੰਸਾ ਵਰਗਾ ਤੀ ਜਾ ਕੇ ਮਨਮੁਖਾਂ ਦੀ ਕੁਸੰਗਤ ਤੇ ਬਹਿ ਗਿਆ। ਸਤ ਸੰਗਤ ਮਾੜੇ ਕਰਮ ਪਾਸੇ ਵੱਲ ਲੱਗ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਅਰਥ ਹੈ ਕਿਸੇ ਕੰਮ ਦਾ। ਅਗਲਾ ਬਚਨ ਮਹਾਰਾਜ ਕਹਿੰਦੇ ਫਿੱਟ ਅਬੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਮਹਾਰਾਜ ਕਹਿੰਦੇ ਫਿੱਟ ਲਾਣਤ ਹੈ ਤੇਰੇ ਇਹੋ ਜਿਹੇ ਜੀਵਨ ਨੂੰ, ਜਿਹੜਾ ਖਾਣ ਪੀਣ ਦੇ ਧੰਦਿਆਂ ਦੇ ਵਿੱਚ ਹੀ ਸਾਧ ਸੰਗਤ ਦਿਨ ਰਾਤ ਕਰਕੇ ਕਹਿੰਦੇ ਲੱਗਿਆ ਰਹਿੰਦਾ ਹੈ। ਆਖਰਕਾਰ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਪਿਆਰਿਆ ਕਹਿੰਦੇ ਇੱਕ ਗੱਲ ਚੇਤੇ ਰੱਖੀ, ਉਹ ਵਾਹਿਗੁਰੂ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ, ਬੰਦਗੀ ਤੋਂ ਬਿਨਾ, ਨਾਮ ਤੋਂ ਬਿਨਾ ਇਹ ਜਿਹੜੇ ਖਾਣ ਪੀਣ ਦੇ ਰਸਾਂ ਦੇ ਵਿੱਚ ਕਹਿੰਦੇ ਰਸਿਆ ਪਿਆ ਨਾ ਪਰਿਵਾਰਾਂ ਦੇ ਵਿੱਚ, ਇਹ ਸਾਰੇ ਕਹਿੰਦੇ ਤੇਰੇ ਦੁਸ਼ਮਣ ਨੇ, ਜਿਹੜੇ ਰੱਬ ਦੇ ਨਾਲੋਂ, ਪ੍ਰਮਾਤਮਾ ਦੇ ਨਾਲੋਂ, ਪਰਮੇਸ਼ਰ ਦੇ ਨਾਲੋਂ ਕਹਿੰਦੇ ਤੈਨੂੰ ਤੋੜ ਦੇਣਾ ਕਰਦੇ ਨੇ। ਕਿਉਂਕਿ ਨਾਮ ਤੋਂ ਬਿਨਾ ਕਦੇ ਆਧਾਰ ਨਹੀਂ ਹੋ ਸਕਦਾ ਜ਼ਿੰਦਗੀ ਦਾ। ਸਾਧ ਸੰਗਤ ਨਾਮ ਤੋਂ ਬਿਨਾ ਜ਼ਿੰਦਗੀ ਕਦੇ ਖੁਸ਼ਹਾਲ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਹਰ ਕਾ ਨਾਮ ਜਪਤ ਸੁਖ ਪਾਏ, ਹਰ ਕਾ ਨਾਮ ਜਪਤ ਸੁਖ ਪਾਏ। ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਜਪਣ ਦੇ ਨਾਲ ਹੀ ਦੁਨੀਆ ਦੇ ਸੁੱਖ ਮਿਲ ਸਕਦੇ ਨੇ, ਦੁਨੀਆ ਦੇ ਪਦਾਰਥ ਮਿਲ ਸਕਦੇ ਨੇ, ਇਹ ਜ਼ਿੰਦਗੀ ਖੁਸ਼ਹਾਲ ਹੋ ਸਕਦੀ ਹੈ। ਨਾਮ ਤੋਂ ਬਿਨਾ ਜ਼ਿੰਦਗੀ ਸਾਧ ਸੰਗਤ ਨਰਕ ਹੈ ਕਿਸੇ ਕੰਮ ਦੀ ਨਹੀਂ। ਕਿਉਂਕਿ ਸਤਿਗੁਰੂ ਬਾਰ-ਬਾਰ ਸਾਧ ਸੰਗਤ ਸਾਨੂੰ ਗੁਰਬਾਣੀ ਦੇ ਵਿੱਚ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ ਵੀ ਪਿਆਰਿਆ ਜ਼ਿੰਦਗੀ ਬੜੀ ਮੋਲਕ ਹੈ, ਇਹ ਮਿਲੀ ਵੀ ਇੱਕ ਵਾਰ ਹੈ ਤੇ ਵਾਰ-ਵਾਰ ਵੀ ਨਹੀਂ ਮਿਲਣੀ। ਹੀਰਿਆਂ ਮੋਤੀਆਂ ਦੇ ਨਾਲੋਂ ਮਹਿੰਗੀ ਜ਼ਿੰਦਗੀ, ਪਰ ਇੱਥੇ ਕਹਿੰਦੇ ਪਦਾਰਥਾਂ ਦੇ ਰਸਾਂ ਕਸਾਂ ਦੇ ਵਿੱਚ ਹੀ ਖੱਚ ਤੋਇਆ ਤੁਰਿਆ ਫਿਰਦਾ ਹੈ। ਇਹ ਪਤਾ ਕੋਈ ਨਹੀਂ ਜ਼ਿੰਦਗੀ ਦਾ ਕਦੋਂ ਸੰਸਾਰ ਇਹ ਦੁਨੀਆ ਨੂੰ ਕਹਿੰਦੇ ਛੱਡ ਜਾਵੇ ਬੰਦਾ।
ਕਦੋਂ ਮੌਤ ਹੋ ਜਾਵੇ, ਕਦੋਂ ਚਲਿਆ ਜਾਵੇ। ਪਤਾ ਨਹੀਂ ਕਿੰਨੇ ਕੁ ਪ੍ਰਕਾਰ ਦੀ ਦੁਨੀਆ ਤੇ ਆਪਾਂ ਦੇਖਦੇ ਆਂ ਵੀ ਮੌਤ ਹੁੰਦੀ ਹੈ, ਕਿੰਨੇ ਪ੍ਰਕਾਰ ਦੀ ਸਾਧ ਸੰਗਤ ਮੌਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਕਹਿੰਦੇ ਕਿਆ ਜਾਣਾ ਕਿਬ ਮਰੇਂਗੇ, ਕੈਸਾ ਮਰਨਾ ਹੋਏ ਮਰਨੇ ਤੇ ਜਗਤ ਡਰੈ, ਜੀਵਤ ਲੋੜੈ ਸਭ ਕੋਏ। ਪਤਾ ਕਿਤੇ ਕਿਸੇ ਨੂੰ ਵੀ ਕਦੋਂ ਮਰਨਾ, ਕਿੱਥੇ ਮੌਤ ਹੋਣੀ ਹੈ, ਕਿਹੜੇ ਢੰਗ ਨਾਲ ਹੋਣੀ ਹੈ, ਚੰਗੀ ਹੋਣੀ ਹੈ ਜਾਂ ਸਾਧ ਸੰਗਤ ਮਾੜੀ ਹੋਣੀ ਹੈ। ਇਸੇ ਕਰਕੇ ਕੋਈ ਕਹਿੰਦੇ ਨਾਮ ਰਾਤ ਮਾਰੀ ਕਰਕੇ ਚਲਿਆ ਜਾਂਦਾ ਹੈ, ਕੋਈ ਸਾਧ ਸੰਗਤ ਐਕਸੀਡੈਂਟ ਹੋ ਕੇ ਮੌਤ ਹੋ ਗਈ, ਕੋਈ ਪਾਣੀ ਵਿੱਚ ਡੁੱਬ ਕੇ ਮਰ ਗਿਆ। ਆਖਿਰਕਾਰ ਕਿੰਨੇ ਪ੍ਰਕਾਰ ਦੀ ਆਪਾਂ ਦੁਨੀਆ ਤੇ ਸੰਸਾਰ ਤੇ ਮੌਤ ਦੇਖਦੇ ਹਾਂ। ਮਰਨਾ ਕੋਈ ਚਾਹੁੰਦਾ ਹੀ ਨਹੀਂ, ਹਰ ਇੱਕ ਬੰਦਾ ਚਾਹੁੰਦਾ ਵੀ ਮੈਂ ਜੀਵਤ ਰਹਾਂ। ਆਖਿਰਕਾਰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਕਬੀਰ ਸਾਹਿਬ ਜੀ ਵੀ ਸਮਝਾਉਂਦੇ ਨੇ ਕਿ ਜਾ ਮਰਨੇ ਤੇ ਜਗਤ ਡਰੈ, ਜੀਵਤ ਲੋੜੈ ਸਭ ਕੋਏ। ਹਰ ਕੋਈ ਚਾਹੁੰਦਾ ਵੀ ਮੈਂ ਜੀਵਤ ਰਹਾ, ਮੇਰੀ ਮੌਤ ਨਾ ਹੋਵੇ, ਮੈਂ ਸਦਾ ਲਈ ਦੁਨੀਆ ਤੇ ਅਮਰ ਹੋ ਜਾਵਾਂ। ਪਰ ਪਿਆਰੇ, ਜੋ ਪਰਮਾਤਮਾ ਨੇ ਲਿਖ ਦਿੱਤਾ ਨਾ, ਇੱਕ ਵਾਰ ਉਹਨੂੰ ਕੋਈ ਮਿਟਾ ਨਹੀਂ ਸਕਦਾ। ਜਿੰਨੇ ਸਵਾਸ ਬਖਸ਼ੇ ਨੇ ਜਾਂ ਜ਼ਿੰਦਗੀ ਬਖਸ਼ੀ ਹੈ ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਵੱਲੋਂ, ਉਹਨੇ ਸਵਾਸ ਨਾ ਕੋਈ ਕਹਿੰਦੇ ਵਧਾ ਸਕਦਾ ਹੈ ਤੇ ਨਾ ਘਟਾ ਸਕਦਾ। ਪਰ ਜੇ ਕਿਸੇ ਨੇ ਗੁਰੂ ਨਾਲ ਪ੍ਰੇਮ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਗਏ ਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜ਼ਿੰਦਗੀ ਸਵਰ ਜਾਂਦੀ ਹੈ, ਇਹ ਜੀਵਨ ਸਦਾ ਲਈ ਕਹਿੰਦੇ ਖੁਸ਼ਹਾਲ ਹੋ ਜਾਂਦਾ ਹੈ। ਕਿਉਂਕਿ ਜਦੋਂ ਖੁਸ਼ਹਾਲ ਫੇਰ ਹੋਣਾ ਜੇ ਅਸੀਂ ਗੁਰੂ ਨਾਲ ਪ੍ਰੇਮ ਕਰਾਂਗੇ, ਭਾਵਨਾ ਦੇ ਨਾਲ ਗੁਰੂ ਨੂੰ ਸਮਰਪਿਤ ਹੋਵਾਂਗੇ, ਜ਼ਿੰਦਗੀ ਨੂੰ ਸਾਧ ਸੰਗਤ ਕੁਝ ਨਾ ਕੁਝ ਤਬਦੀਲੀ ਲੈ ਕੇ ਆਵਾਂਗੇ, ਸਮਝਾਂਗੇ ਵੀ ਸਾਡੀ ਮੰਜ਼ਿਲ ਕੀ ਹੈ, ਕਰਦੇ ਕੀ ਹੈ ਤੇ ਸਾਨੂੰ ਕਰਨਾ ਕੀ ਚਾਹੀਦਾ ਹੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਆ, ਇਹ ਸੰਸਾਰ ਹੈ ਜਿਹੜਾ ਦੁਨੀਆ ਨਾ, ਇਹ ਦੁਨੀਆ ਸਾਧ ਸੰਗਤ ਤੇ ਮਤ ਬੁੱਲ ਤੱਕ ਆਪਣੇ, ਜਿੰਨਾ ਤੱਕ ਤੂੰ ਦੁਨੀਆ ਤੇ ਜੀਵਤ ਹੈ, ਇਹ ਜ਼ਿੰਦਗੀ ਆ। ਕਹਿੰਦੇ ਦੁਨੀਆ ਦੇ ਲੋਕ ਤੇਰਾ ਸਾਥ ਨਿਭਾ ਸਕਦੇ ਨੇ, ਤੇਰੇ ਨਾਲ ਖੜ ਸਕਦੇ ਨੇ, ਪਰ ਜਿੱਦੇ ਕਹਿੰਦੇ ਦੁਨੀਆ ਤੋਂ ਸੰਸਾਰ ਤੋਂ ਚੱਲਿਆ ਗਿਆ, ਇਹ ਸਾਰੇ ਜਿਨ੍ਹਾਂ ਪਰਿਵਾਰਾਂ ਦੇ ਲਈ ਹਿੱਤ ਕਰਦਾ, ਮੋਹ ਕਰਦਾ ਸੀ ਨਾ, ਇਹ ਸਭ ਨੇ ਕਹਿੰਦੇ ਛੱਡ ਜਾਣਾ, ਕੋਈ ਨਾਲ ਤੇਰੇ ਚੱਲਣ ਵਾਲਾ ਨਹੀਂ ਰਹਿਣਾ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਬਾਚਨ ਕਰਦੇ ਨੇ, ਮਹਾਰਾਜ ਕਹਿੰਦੇ ਬਿਪਤ ਭਰੀ ਸਭ ਹੀ ਸੰਗ ਛਾੜਤ, ਕੋ ਨਾ ਆਬਤ ਨੇੜੇ। ਦੁੱਖਾਂ ਮੁਸੀਬਤਾਂ ਵਿੱਚ ਕਹਿੰਦੇ ਕੋਈ ਨੇੜੇ ਨਹੀਂ ਆਉਂਦਾ। ਜਿਨ੍ਹਾਂ ਭੈਣ ਭਰਾਵਾਂ ਦੇ ਲਈ ਸਾਰੀ ਜ਼ਿੰਦਗੀ ਬੰਦਾ ਜਿਸ ਘਰ ਵਿੱਚ ਜਨਮਿਆ ਪਲਿਆ, ਤੇ ਕਬੀਰ ਸਾਹਿਬ ਦਾ ਇੱਕ ਬਚਨ ਉਹ ਕਹਿੰਦੇ ਫਿਰ ਇੱਕ ਰਾਤ ਵੀ ਤੈਨੂੰ ਘਰ ਵਿੱਚ ਰੱਖਣ ਵਾਸਤੇ ਤਿਆਰ ਨਹੀਂ ਹੋਣੇ। ਕਬੀਰ ਬੁਲਬੁਲਾ ਪਾਣੀ ਦਾ ਕਿਆ ਤੇਰੀ ਕਾਤ, ਜਿਸ ਕਰ ਮੌਜਾਂ ਮਾਣੀਆਂ, ਰਹਿਣ ਨਾ ਦਿੰਦੇ ਰਾਤ। ਆਖਿਰਕਾਰ ਜਿਹੜੇ ਘਰ ਵਿੱਚ ਬੰਦਾ ਕਹਿੰਦੇ ਸਾਰੀ ਜ਼ਿੰਦਗੀ ਪਲਿਆ, ਖੇਡਿਆ, ਬੜੇ ਲਾਡ ਲੜਾਏ, ਬੜੀਆਂ ਮਿਹਨਤਾਂ ਕੀਤੀਆਂ, ਬੜੇ ਘਰ-ਬਾਰ ਬਣਾਏ, ਪਰ ਜਦੋਂ ਮੌਤ ਹੋ ਗਈ, ਇਹ ਦੁਨੀਆ ਤੋਂ ਸਾਧ ਸੰਗਤ ਸੰਸਾਰ ਤੋਂ ਚੱਲਿਆ ਗਿਆ, ਤੇ ਉਹੀ ਕਹਿੰਦੇ ਪਰਿਵਾਰ ਵਾਲੇ, ਉਹੀ ਰਿਸ਼ਤੇਦਾਰ ਸਾਰੇ ਕਹਿੰਦੇ ਫਿਰ ਜਿਹਦਾ ਬੜੇ ਹਿੱਤ ਕਰਦੇ ਸੀ, ਬੜਾ ਮੋਹ ਕਰਦੇ ਸੀ, ਉਹੀ ਕਹਿੰਦੇ ਸਰੀਰ ਨੂੰ ਫਿਰ ਦਰਜਾ ਕੀ ਦਿੰਦੇ ਨੇ ਮਹਾਰਾਜ, ਕਹਿੰਦੇ ਮੁਰਦਾ। ਆਖਿਰਕਾਰ ਕਹਿੰਦੇ ਮੁਰਦੇ ਦਾ ਦਰਜਾ ਦਿੰਦੇ ਵੀ ਹੁਣ ਮੌਤ ਹੋ ਗਈ, ਇਹਦੀ ਮੁਰਦਾ ਹੋ ਗਿਆ, ਸਰੀਰ ਕਿਸੇ ਕੰਮ ਦਾ ਨਹੀਂ, ਪਰਮਾਤਮਾ ਦੀ ਦਿੱਤੀ ਆਤਮਾ ਚਲੀ ਗਈ ਹੈ। ਹੁਣ ਜਦੋਂ ਵੀ ਆਪਾਂ ਦੇਖਿਆ ਮੁਰਦਾ ਕਿਹਨੂੰ ਕਹਿੰਦੇ, ਜੇ ਕੋਈ ਐਕਸੀਡੈਂਟ ਹੋ ਗਿਆ, ਡਿੱਗ ਪਿਆ, ਬੇਹੋਸ਼ ਹੈ, ਕੋਈ ਡਾਕਟਰ ਵੈਦ ਬੁਲਾਈਏ, ਉਹ ਨਬਜ਼ ਚੈੱਕ ਕਰੇਗਾ, ਦੇਖੇਗਾ, ਉਹਦੀ ਚੈੱਕਅਪ ਕਰੇਗਾ ਵੀ ਇਹਦੇ ਵਿੱਚ ਜ਼ਿੰਦਗੀ ਦੇ ਸਵਾਸ ਹੈ ਵੀ, ਕਿ ਇਹਦੀਆਂ ਜਿਹੜੀਆਂ ਨਬਜ਼ਾਂ ਸਰੀਰ ਦੀਆਂ ਸਾਰੀਆਂ ਰੁਕ ਗਈਆਂ ਨੇ। ਜਦੋਂ ਸਾਰਾ ਕੁਝ ਰੁਕ ਜਾਂਦਾ ਨਾ, ਫਿਰ ਕਹਿੰਦੇ ਉਹਨੂੰ ਦਰਜਾ ਦਿੰਦੇ ਨੇ ਵੀ ਇਹ ਹੁਣ ਮੁਰਦਾ ਹੋ ਗਿਆ, ਇਹਦੀ ਮੌਤ ਹੋ ਗਈ ਹੈ, ਇਹ ਦੁਨੀਆ ਤੋਂ ਚਲਿਆ ਗਿਆ। ਸਤ ਸੰਗਤ ਆਖਿਰਕਾਰ ਸਾਰੀ ਦੁਨੀਆ ਦੇ ਲੋਕ ਵੀ ਫਿਰ ਇਹ ਕਹਿਣ ਲੱਗ ਜਾਂਦੇ ਨੇ, ਉਹ ਜਦੋਂ ਰੁਕ ਗਈ ਨਬਜ਼ ਤੇਰੀ ਬੰਦਿਆ, ਤੁਰ ਜਾਏਗਾ ਲੋਥ ਬਣੀ ਕੇ, ਨਬਜ਼ ਤੇਰੀ ਬੰਦਿਆ, ਤੁਰ ਜਾਏਗਾ ਲੋਥ ਬਣੀ ਕੇ, ਲੋਕ ਬਣ ਕੇ, ਜਦੋਂ ਰੁਕ ਗਈ ਨਬਜ਼
ਬੰਦਿਆ ਤੁਰ ਜੇਗਾ ਆਹਾ ਤੁਰ ਜੇਗਾ ਜੀ ਲੋਕ ਬਣ ਕੇ ਉਹ ਤੁਰ ਜੇਗਾ ਜੀ ਲੋਕ ਬਣ ਕੇ ਤੁਰੇਗਾ ਜੀ ਲੋਕ ਬਣ ਕੇ ਤੁਰੇਗਾ ਜੀ ਲੋਕ ਬਣ ਕੇ ਤੁਰ ਜੇਗਾ ਜੀ ਲੋਕ ਬਣ ਕੇ ਤੁਰ ਜੇਗਾ ਜੀ ਲੋਕ ਬਣ ਕੇ ਉਹ ਜਦੋਂ ਰੁਕਦੀ ਨਬਜ ਤੇਰੀ ਬੰਦਿਆ ਤੁਰ ਜੇਗਾ ਲੋਕ ਬਣ ਕੇ ਨਬਜ ਤੇਰੀ ਬੰਦਿਆ ਤੁਰੇਗਾ ਲੋਕ ਬਣ ਕੇ ਜਦੋਂ ਰੁਕਦੀ ਨਬਜ ਤੇਰੀ ਬੰਦਿਆ ਤੁਰੇਗਾ ਲੋਕ ਬਣ ਕੇ ਜਦੋਂ ਰੁਕਦੀ ਨਬਜ ਤੇਰੀ ਬੰਦਿਆ ਤੁਰੇਗਾ ਲੋਕ ਬਣ ਕੇ ਹੁਣ ਜਦੋਂ ਕਹਿੰਦੇ ਨਬਜ ਰੁਕ ਜਾਂਦੀ ਹੈ ਫਿਰ ਸਾਰੇ ਸਾਕ ਸੰਬੰਧੀ ਨਗਰ ਨਿਵਾਸੀ ਤੇ ਪਰਿਵਾਰ ਵਾਲੇ ਕਹਿੰਦੇ ਲੋਕ ਦਾ ਦਰਜਾ ਜਦੋਂ ਮਿਲਦਾ ਹੈ ਨਾ ਫਿਰ ਸਾਧ ਸੰਗਤ ਆਖਰਕਾਰ ਜ਼ਿੰਦਗੀ ਦਾ ਅੰਤ ਜਿਹੜਾ ਅੰਤ ਸਮੇਂ ਜਿੱਥੇ ਸਾਡਾ ਸ਼ਮਸ਼ਾਨ ਘਾਟ ਵਿੱਚ ਮਿੱਟੀ ਹੈ ਇਹ ਸਰੀਰ ਸਾਧ ਸੰਗਤ ਜਿਹਨੂੰ ਅਸੀਂ ਬੜਾ ਸੂਖਮ ਤੇ ਬੜਾ ਅਮੋਲਕ ਸਮਝਦੇ ਹਾਂ ਇੱਕ ਮਿੱਟੀ ਹੈ ਕਬੀਰ ਸਾਹਿਬ ਜੀ ਕਹਿੰਦੇ ਨੇ ਮਿੱਟੀ ਕੇ ਹਮ ਪੂਤਲੇ ਮਾਨਸ ਰਾਖਿਓ ਨਾਓ ਕਹਿੰਦੇ ਨਾਮ ਇੱਕ ਮਨੁੱਖ ਪੈ ਗਿਆ ਹੈ ਸਰੀਰ ਮਿੱਟੀ ਦਾ ਪੁਤਲਾ ਇਹਨੇ ਮਿੱਟੀ ਵਿੱਚ ਜਾ ਕੇ ਮਿੱਟੀ ਬਣ ਜਾਣਾ ਹੈ ਇਹ ਕਿਸੇ ਕੰਮ ਦਾ ਨਹੀਂ ਸਾਧ ਸੰਗਤ ਰਹਿਣਾ ਕਿਉਂਕਿ ਜ਼ਿੰਦਗੀ ਬੇਅਰਥ ਹੈ ਵਾਹਿਗੁਰੂ ਪ੍ਰਮਾਤਮਾ ਤੇ ਨਾਮ ਤੋਂ ਬਿਨਾ ਹੁਣ ਤਿੰਨ ਮਿੱਤਰ ਮੰਨੇ ਗਏ ਨੇ ਦੁਨੀਆ ਤੇ ਸੰਸਾਰ ਤੇ ਸਾਡੇ ਪਹਿਲਾ ਮਿੱਤਰ ਕੀ ਹੈ ਪਰਿਵਾਰ ਰਿਸ਼ਤੇਦਾਰ ਸਾਕ ਸੰਬੰਧੀ ਦੂਸਰਾ ਮਿੱਤਰ ਕਹਿੰਦੇ ਧਨ ਦੌਲਤ ਮਾਇਆ ਤੀਸਰਾ ਮਿੱਤਰ ਕਰਮ ਹੁਣ ਇਹਨਾਂ ਤਿੰਨਾਂ ਦੇ ਵਿੱਚੋਂ ਸਾਡੇ ਨਾਲ ਕਿਹੜਾ ਨਿਭਦਾ ਪਿਆਰਿਓ ਹੁਣ ਜਿਹੜੇ ਕਹਿੰਦੇ ਪਰਿਵਾਰ ਹੈ ਘਰ-ਬਾਰ ਹੈ ਸਾਕ ਸੰਬੰਧੀ ਨੇ ਕਹਿੰਦੇ ਉਹਨਾਂ ਚ ਕੀ ਨੇ ਜਿਨ੍ਹਾਂ ਤੱਕ ਜੀਵਤ ਹੈ ਕਈ ਵਾਰ ਜਿਉਂਦਿਆਂ ਨੂੰ ਵੀ ਛੱਡ ਜਾਂਦੇ ਨੇ ਆਖਰਕਾਰ ਮਾਇਆ ਮਹਾਰਾਜ ਕਹਿੰਦੇ ਉਹਨਾਂ ਚ ਕੀ ਹੈ ਜਿੰਨਾ ਚ ਇੱਕ ਬੰਦਾ ਜੀਵਤ ਹੈ ਤੇ ਜਦੋਂ ਮੌਤ ਹੋਗੀ ਕਿਸੇ ਦੀ ਹੋਰ ਬਣ ਜਾਣੀ ਹੈ ਇਹਨੇ ਵੀ ਸਾਡਾ ਸਾਥ ਨਹੀਂ ਨਿਭਾਉਣਾ ਹੁਣ ਤੀਸਰਾ ਮਿੱਤਰ ਹੈ ਜਿਹੜਾ ਉਹ ਨੇ ਕਰਮ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਵੀ ਬਿਨ ਕਰਮ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਕਰਮਾਂ ਤੋਂ ਬਿਨਾ ਕਹਿੰਦੇ ਕੁਝ ਨਹੀਂ ਬੰਦਾ ਜਿੰਨੀਆਂ ਮਰਜ਼ੀ ਦੁਨੀਆ ਤੇ ਭੱਜ ਦੌੜ ਕਰ ਲੇ ਜੋ ਮਰਜ਼ੀ ਕਹਿੰਦੇ ਆਪਣੇ ਆਪ ਨੂੰ ਯਤਨ ਕਰ ਲੇ ਪਰ ਕੁਝ ਨਹੀਂ ਬਣਦਾ ਜੇ ਕਰਮਾਂ ਦੇ ਵਿੱਚ ਪ੍ਰਮਾਤਮਾ ਨੇ ਪਰਮੇਸ਼ਰ ਨੇ ਲਿਖਿਆ ਹੀ ਕੁਝ ਨਹੀਂ ਸਾਧ ਸੰਗਤ ਜੇ ਕਰਮਾਂ ਦੇ ਵਿੱਚ ਹੈ ਤੇ ਦੁਨੀਆ ਤੇ ਸਾਨੂੰ ਕਿਸੇ ਵੀ ਕੋਈ ਚੀਜ਼ ਪ੍ਰਾਪਤ ਕਰਨ ਤੋਂ ਰੋਕ ਨਹੀਂ ਸਕਦਾ ਕਿਉਂਕਿ ਮਾਲਕ ਵਾਹਿਗੁਰੂ ਪਰਮੇਸ਼ਰ ਨੇ ਸਾਧ ਸੰਗਤ ਆਖਰਕਾਰ ਸਾਡੀ ਕਰਮਾਂ ਦੀ ਗੱਲ ਕੀਤੀ ਗਈ ਹੈ ਜਿਵੇਂ 12 ਮਾਹ ਦੇ ਵਿੱਚ ਆਪਾਂ ਪਾਠ ਪੜ੍ਹਦੇ ਆ ਨਾ ਵੀ ਸਰੀਰ ਖੇਤ ਜੋ ਬੀਜੀ ਹੈ ਹੁਣ ਸਰੀਰ ਰੂਪੀ ਖੇਤ ਦੇ ਵਿੱਚ ਬੀਜ ਕਾਹਦਾ ਬੀਜਣਾ ਹੈ ਮਹਾਰਾਜ ਕਹਿੰਦੇ ਨਾਮ ਦਾ ਬੀਜ ਇਸੇ ਕਰਕੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਹੁਣ ਪਤਾ ਨਹੀਂ ਕਿੰਨੇ ਕੁ ਜਨਮਾਂ ਤੋਂ ਮਹਾਰਾਜ ਕਹਿੰਦੇ ਵਿਛੜੇ ਹੋਏ ਆਏ ਹੋਏ ਆ ਪਰ ਕਿਰਪਾ ਕਰਕੇ ਹੁਣ ਸਾਨੂੰ ਆਪਣੇ ਨਾਲ ਮੇਲ ਲਓ ਬਿਨ ਕਰਮਾਂ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆਖਰਕਾਰ ਕਰਮਾਂ ਤੋਂ ਬਿਨਾ ਕੁਝ ਮਿਲਦਾ ਨਹੀਂ ਪਿਆਰੇ ਪ੍ਰਾਪਤ ਨਹੀਂ ਹੋ ਸਕਦਾ ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਈ ਵਾਰ ਜ਼ਿੰਦਗੀ ਵਿੱਚ ਦੁੱਖ ਆਉਂਦੇ ਆ ਕਈ ਵਾਰ ਸੁੱਖ ਆਉਂਦੇ ਆ ਬੜੀਆਂ ਕਹਿੰਦੇ ਮੰਜ਼ਲਾਂ ਸਾਧ ਸੰਗਤ ਜ਼ਿੰਦਗੀ ਦੀਆਂ ਕਦੇ ਸੌਖੀਆਂ ਕਦੇ ਔਖੀਆਂ ਬੰਦਾ ਯਤਨ ਬੜੇ ਕਰਕੇ ਆਪਣਾ ਸਮਾਂ ਗੁਜ਼ਾਰਦਾ ਹੈ ਪਰ ਪਿਆਰੇ ਇੱਕ ਗੱਲ ਚੇਤੇ ਰੱਖੀਏ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਬਚਨ ਆਉਂਦਾ ਹੈ ਬਚਨ ਬਾਬਾ ਕਬੀਰ ਸਾਹਿਬ ਦਾ ਬਾਬਾ ਫਰੀਦ ਸਾਹਿਬ ਜੀ ਦੇ ਕਿਉਂਕਿ ਇਹਨਾਂ ਦੇ ਬਚਨ ਨੇ ਜਿਹੜੇ ਬੜੇ ਠੇਠ ਪੰਜਾਬੀ ਦੇ ਵਿੱਚ ਨੇ ਸਾਨੂੰ ਸਰਲ ਗੱਲ ਸਾਧ ਸੰਗਤ ਸਮਝ ਵਿੱਚ ਆ ਜਾਂਦੀ ਹੈ ਹੁਣ ਉਹ ਬਚਨ ਆਉਂਦਾ ਹੈ ਆਖਰਕਾਰ ਉਹ ਬਚਨ ਦੇ ਵਿੱਚ ਸਮਝਾਉਂਦੇ ਨੇ ਮਹਾਰਾਜ ਕਹਿੰਦੇ ਦੱਦਾ ਦੋਸ ਨਾ ਦਿਉ ਕਿਸੈ ਦੋਸ ਕਰਮਾ ਆਪਣਿਆ
ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਬਰ ਜਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੋ ਜਿਹਾ ਕਰਮ ਕਰਕੇ ਆਇਆ ਨਾ ਉਹਦਾ ਤੈਨੂੰ ਫਲ ਮਿਲਦਾ ਹੈ। ਚੰਗਾ ਕਰਕੇ ਆਇਆ ਤੀ ਚੰਗਿਆਈ ਮਿਲ ਜਾਣੀ ਹੈ, ਬੁਰਾ ਕਰਕੇ ਜਾਣਾ ਤੇ ਬੁਰਾਈ ਮਿਲ ਜਾਣੀ ਹੈ। ਪਰ ਕਹਿੰਦੇ ਪਿਆਰੇ ਕਿਸੇ ਤੇ ਦੋਸ਼ ਨਾ ਦੇਈ, ਇਹ ਦੋਸ਼ ਤੇਰੇ ਆਪਣੇ ਕਰਮਾਂ ਦਾ, ਜਿਹੋ ਜਿਹਾ ਕਰਮ ਬੀਜ ਕੇ ਆਇਆ ਸੀ ਉਹਦਾ ਕਹਿੰਦੇ ਫਲ ਵੱਢਦਾ ਪਿਆ। ਜੈਸਾ ਬੀਜੈ ਸੋ ਲੂਣਾ, ਕਰਮਾ ਸੰਦੜਾ ਖੇਤ। ਇਹ ਸਰੀਰ ਰੂਪੀ ਖੇਤ ਵਿੱਚ ਕਹਿੰਦੇ ਜਿਹੋ ਜਿਹਾ ਬੀਜ ਬੀਜਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਫਲ ਵੱਢਦਾ ਹੈ। ਉਹ ਵੱਢਣਾ ਵੀ ਪੈਣਾ ਸਾਧ ਸੰਗਤ, ਕਿਉਂਕਿ ਜਿਹੋ ਜਿਹਾ ਬੀਜਾਂਗੇ, ਇੱਥੇ ਚੰਗਾ ਬੀਜਾਂਗੇ ਚੰਗਿਆਈ ਮਿਲ ਜਾਣੀ ਹੈ, ਬੁਰਾ ਕਰਮ ਕਰਕੇ ਜਾਵਾਂਗੇ ਪਾਪ ਕਰਾਂਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੁਰਾਈ ਮਿਲ ਜਾਣੀ। ਇਸੇ ਕਰਕੇ ਸਤਿਗੁਰੂ ਬਾਰ-ਬਾਰ ਸਮਝਾਉਣਾ ਕਰਦੇ ਨੇ, ਉਹ ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਫਲ ਤੇਰੇ ਕਰੀ ਮਹਾਂਦਾ। ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਫਲ ਤੇਰੇ ਕਰੀ ਮਹਾਂਦਾ। ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਫਲ ਤੇਰੇ ਕਰ ਮਹਾਂਦਾ। ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਫਲ ਤੇਰੇ ਕਰ ਮਹਾਂਦਾ। ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਫਲ ਤੇਰੇ ਕਰ ਮਹਾਂਦਾ। ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਫਲ ਤੇਰੇ ਕਰ ਮਹਾਂਦਾ। ਆਹ ਫਲ ਤੇਰੇ ਜੀ ਕਰਮਾਂਦਾ, ਉਹ ਫਲ ਤੇਰੇ ਜੀ ਕਰਮਾਂਦਾ। ਫਲ ਤੇਰੇ ਜੀ ਕਰਮਾਂਦਾ, ਫਲ ਤੇਰੇ ਜੀ ਕਰਮਾਂਦਾ। ਫਲ ਤੇਰੇ ਜੀ ਕਰਮਾਂਦਾ, ਫਲ ਤੇਰੇ ਜੀ ਕਰਮਾਂਦਾ। ਉਹ ਜੈਸਾ ਬੀਜੇਗਾ ਵੱਡੇਗਾ ਮਨ ਮੇਰਿਆ, ਫਲ ਤੇਰੇ ਕਰਮਾਂਦਾ। ਜੈਸਾ ਬੀਜੇਗਾ ਵੱਡੇਗਾ ਮਨ ਮੇਰਿਆ, ਫਲ ਤੇਰੇ ਕਰਮਾਂਦਾ। ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂਦਾ। ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂਦਾ। ਜੈਸਾ ਬੀਜੈ ਸੋ ਲੂਣਾ, ਕਰਮਾ ਸੰਦੜਾ ਖੇਤ। ਇਹ ਸਰੀਰ ਰੂਪੀ ਖੇਤ ਵਿੱਚ ਜਿਹੋ ਜਿਹਾ ਬੀਜ ਬੀਜਾਂਗੇ ਨਾ ਸਾਧ ਸੰਗਤ, ਉਹੀ ਉਹਦਾ ਫਲ ਵਿੱਢਦਾ ਹੈ। ਜੇ ਚੰਗਾ ਬੀਜਾਂਗੇ ਚੰਗਾ ਫਲ ਮਿਲ ਜਾਏਗਾ, ਤੇ ਜੇ ਮਾੜਾ ਬੀਜਾਂਗੇ ਉਹਦਾ ਮਾੜਾ ਫਲ ਮਿਲ ਜਾਣਾ ਹੈ। ਕਿਉਂਕਿ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਤੱਕ ਤੇਰੇ ਅੰਦਰ ਪ੍ਰੇਮਾ ਭਗਤੀ ਨਹੀਂ ਨਾ ਪੈਦਾ ਹੁੰਦੀ, ਪਿਆਰ ਮੁਹੱਬਤ ਸਤਿਗੁਰੂ ਦੇ ਨਾਲ ਨਹੀਂ ਪ੍ਰਾਪਤ ਕਰਦਾ। ਕਿਉਂਕਿ ਜਿਨ੍ਹਾਂ ਨੇ ਪ੍ਰੇਮ ਕੀਤਾ ਸਤਿਗੁਰੂ ਦੇ ਨਾਲ, ਪਿਆਰ ਕੀਤਾ, ਉਹ ਜ਼ਿੰਦਗੀ ਤੇ ਦੁਨੀਆ ਤੋਂ ਸਾਧ ਸੰਗਤ ਆਪਣੀ ਜ਼ਿੰਦਗੀ ਦਾ ਲਾਹਾ ਲੈ ਗਏ ਨੇ। ਉਹਨਾਂ ਦਾ ਆਇਆ ਜੀਵਨ ਲੇਖੇ ਵਿੱਚ ਪੈ ਗਿਆ ਸਾਧ ਸੰਗਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੇਖੇ ਕਦੇ ਨਾ ਛੁੱਟੀ ਐ, ਖਿਨ ਖਿਨ ਭੂਲਣ ਹਾਰ, ਹਰ ਬਖਸ਼ਣ ਹਾਰ ਬਖਸ਼ ਲੈ ਹਮ ਉਤਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਖਰਕਾਰ ਨਾਮ ਨਹੀਂ ਪਾਰ ਉਤਾਰਾ ਕਰਨਾ ਸਾਧ ਸੰਗਤ ਸਾਡੀ ਜ਼ਿੰਦਗੀ ਦਾ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੋ ਬੰਦਾ ਕਰਮਾਂ ਦੇ ਨਾਲ ਬੀਜਦਾ ਹੈ, ਚੰਗਾ ਬੀਜਾਂਗੇ ਚੰਗਿਆਈ ਮਿਲ ਜਾਣੀ ਹੈ, ਤੇ ਬੁਰਾ ਬੀਜਾਂਗੇ ਬੁਰਾਈ ਮਿਲ ਜਾਣੀ ਹੈ। ਜਿਨ੍ਹਾਂ ਨੇ ਪ੍ਰੇਮ ਕੀਤਾ, ਭਾਵਨਾ ਦੇ ਨਾਲ ਜੁੜੇ ਨੇ ਅੰਦਰੋਂ ਸਾਧ ਸੰਗਤ, ਤੇ ਸ਼ਰਧਾ ਬਣ ਗਈ ਹੈ, ਤੇ ਸਾਧ ਸੰਗਤ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੁਝ ਪ੍ਰਾਪਤ ਕਰ ਲਿਆ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਹੈ ਸਵਈਆਂ ਦੇ ਵਿੱਚ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਜਿਨ੍ਹਾਂ ਨੇ ਪ੍ਰੇਮ ਕੀਤਾ, ਭਗਤੀ ਕੀਤੀ ਹੈ, ਨਾਮ ਜਪਿਆ, ਰੱਬ ਨੂੰ ਪਰਮਾਤਮਾ ਨੂੰ ਸਾਧ ਸੰਗਤ ਮਿਲ ਕੇ ਨੇ ਉਹਨਾਂ ਨੇ ਕੁਝ ਜ਼ਿੰਦਗੀ ਦਾ ਲਾਹਾ ਖੱਟ ਲਿਆ।
ਇੱਕ ਵਾਰ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਨੂੰ, ਸੰਸਾਰ ਨੂੰ ਸਾਧ ਸੰਗਤ ਤਾਰ ਰਹੇ ਨੇ। ਹੁਣ ਤਾਰਦਿਆਂ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਖਰਕਾਰ ਹੁਣ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੰਸਾਰ ਦੇ ਵਿੱਚ ਤਾਰਦਿਆਂ ਪਤਾ ਨਹੀਂ ਕਿੰਨਿਆਂ ਕੁ ਦਾ ਆਧਾਰ ਕੀਤਾ, ਕਿੰਨਿਆਂ ਕੁ ਨੂੰ ਸਾਧ ਸੰਗਤ ਬਖਸ਼ਿਆ, ਕਿੰਨਿਆਂ ਕੁ ਦੀ ਜ਼ਿੰਦਗੀ ਬਦਲੀ। ਹੁਣ ਸਤਿਗੁਰੂ ਦੇ ਦਰਬਾਰ ਲੱਗਦੇ ਨੇ, ਮੀਰੀ ਤੇ ਪੀਰੀ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋਨੇ ਧਾਰਨ ਕੀਤੀਆਂ ਹੋਈਆਂ ਨੇ। ਇੱਕ ਬਿਰਧ ਮਾਤਾ ਜੀ ਦਾ ਨਾ ਕੋਈ ਪਰਿਵਾਰ 'ਚ ਧੀਆਂ ਪੁੱਤਰ ਤੇ ਨਾ ਕੋਈ ਪਰਿਵਾਰ ਦਾ ਹੋਰ, ਕੱਲੀ ਜਾਣੀ ਗੁਰੂ ਘਰ ਦੇ ਨਾਲ, ਸਾਧ ਸੰਗਤ ਪਰਮਾਤਮਾ ਦੇ ਨਾਲ, ਪਰਮੇਸ਼ਰ ਦੇ ਨਾਲ ਪਿਆਰ ਬਣਿਆ ਤੇ ਗੁਰੂ ਕੇ ਲੰਗਰਾਂ ਦੇ ਜੂਠੇ ਭਾਂਡਿਆਂ ਦੀ ਸੇਵਾ, ਲੰਗਰ ਦੇ ਪ੍ਰਸ਼ਾਦੇ ਬਣਾਉਣ ਦੀ ਸੇਵਾ, ਵਰਤਾਉਣ ਦੀ ਸੇਵਾ ਸਾਧ ਸੰਗਤ ਦਿਨ ਰਾਤ ਕਹਿੰਦੇ ਉਹ ਮਾਤਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਪ੍ਰੇਮਾ ਭਗਤੀ ਦੇ ਵਿੱਚ ਹੀ ਲੱਗੀ ਰਹਿੰਦੀ ਹੈ। ਭਾਵਨਾ ਕਹਿੰਦੇ ਅੰਦਰੋਂ ਬਣੀ ਹੋਈ ਹੈ। ਆਖਰਕਾਰ ਹੁਣ ਜਦੋਂ ਭਾਵਨਾ ਬਣੀ, ਸੇਵਾ ਕਰਦੀ ਆ, ਦੇਖਦੀ ਆ ਰੋਜ਼ ਸੰਗਤਾਂ ਆਉਂਦੀਆਂ ਨੇ ਤੇ ਸਾਧ ਸੰਗਤਾਂ ਕੇ ਵੱਖ-ਵੱਖ ਭਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮਹਿੰਗੀਆਂ ਸੁਗਾਤਾਂ, ਕੋਈ ਅਰਪਣ ਕਰਦਾ, ਕੋਈ ਕੁਛ ਭੇਟ ਕਰਦਾ, ਕੋਈ ਕੁਛ ਭੇਟ ਕਰਦਾ। ਹੁਣ ਮਾਤਾ ਦੇ ਮਨ ਦੇ ਵਿੱਚ ਵੀ ਕਹਿੰਦੇ ਪ੍ਰੇਮ ਜਾਗਿਆ, ਭਾਵਨਾ ਬਣੀ ਕਿ ਮੈਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਮਿਹਨਤ ਮਜ਼ਦੂਰੀ ਕਰਕੇ ਨਾ 2 ਪੈਸੇ ਇਕੱਠੇ ਕਰਕੇ ਪ੍ਰਸ਼ਾਦਾ ਛਕਾਦਾ ਨਾ, ਜੇ ਮੇਰੇ ਹੱਥਾਂ ਦਾ ਬਣਿਆ ਪ੍ਰਸ਼ਾਦਾ ਮੇਰੇ ਮਾਲਕ ਵਾਹਿਗੁਰੂ ਪਰਮੇਸ਼ਰ ਇਹ ਸਤਿਗੁਰੂ ਜੀ ਛਕ ਲੈਣ ਤਾਂ ਮੇਰੇ ਮਨ ਦੀ ਇੱਛਾ ਜਿਹੜੀ ਭਾਵਨਾ ਪੂਰੀ ਹੋ ਜੇ, ਮੇਰਾ ਜੰਮਣਾ ਤੇ ਮਰਨਾ ਕੱਟਿਆ ਜਾਵੇ, ਮੇਰੀਆਂ ਸਾਰੀਆਂ ਚਿੰਤਨਾਵਾਂ ਹੀ ਦੂਰ ਹੋ ਜਾਣ। ਹੁਣ ਮਾਤਾ ਦੇ ਅੰਦਰ ਕੀ ਹੈ? ਪ੍ਰੇਮ ਦਾ ਜਾਗ ਲੱਗੀ ਹੈ। ਹੁਣ ਮਾਤਾ ਨੇ ਅੰਦਰ ਸਾਧ ਸੰਗਤ ਸੱਚ ਦੇ ਨਾਲ ਜੁੜ ਗਈ ਹੈ। ਆਖਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਜੋ ਵੀ ਆਉਂਦਾ ਕਹਿੰਦੇ ਜੋ ਮੰਗਦਾ ਗੁਰੂ ਨਾਨਕ ਦੇ ਦਰ ਤੋਂ ਮਿਲਦਾ, ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਤੇ ਜੋ ਮੰਗਦਾ ਸਾਧ ਸੰਗਤ ਮਿਲਦਾ, ਪਰ ਇੱਛਾ ਹੋਵੇ, ਭਾਵਨਾ ਹੋਵੇ, ਗੁਰੂ ਦੇ ਨਾਲ ਪ੍ਰੀਤ ਬਣੀ ਹੋਵੇ, ਪਿਆਰ ਬਣਿਆ ਹੋਵੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਤੋਂ ਕਹਿੰਦੇ ਮੰਗਾਂਗੇ ਨਾ, ਚਾਹਾਂਗੇ ਜੋ ਮਿਲ ਜਾਏਗਾ, ਪ੍ਰਾਪਤ ਹੋ ਜਾਏਗਾ, ਪਰ ਮੰਗਣ ਦੀ ਮਹਾਰਾਜ ਕਹਿੰਦੇ ਜਾਂਚ ਜ਼ਰੂਰੀ ਹੈ। ਹੁਣ ਮਾਤਾ ਦੇ ਮਨ ਵਿੱਚ ਭਾਵਨਾ ਬਣ ਗਈ ਵੀ ਮੈਂ ਪ੍ਰਸ਼ਾਦਾ ਛਕਾਉਣਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਰਕਾਰ ਮਾਤਾ ਸੋਚਦਿਆਂ ਕੁਝ ਸਮਾਂ ਲੰਘ ਗਿਆ। ਅੱਜ ਛਕਾਉਣੀ ਆ, ਕੱਲ ਛਕਾਉਣੀ ਆ। ਇਤਨੇ ਨੂੰ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਇਸ ਦੁਨੀਆ ਤੋਂ, ਸੰਸਾਰ ਤੋਂ ਆਪਣਾ 5 ਭੂਤਕ ਸਰੀਰ ਛੱਡ ਕੇ ਨਾ ਉਹ ਸਾਧ ਸੰਗਤ ਦੁਨੀਆ ਤੋਂ, ਸੰਸਾਰ ਤੋਂ ਚਲੇ ਗਏ। ਆਪਣਾ ਚੋਲਾ ਬਦਲ ਕੇ ਜੋਤ ਗੁਰਤਾ ਗੱਦੀ ਧੰਨ ਗੁਰੂ ਹਰਿ ਰਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰਕੇ। ਹੁਣ ਮਾਤਾ ਕੀ ਹੈ? ਕਹਿੰਦੇ ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਦਿਨ ਰਾਤ ਕਹਿੰਦੇ ਤੜਫਦੀ ਰਹਿੰਦੀ ਹੈ, ਕਿਉਂਕਿ ਪ੍ਰੇਮ ਦੀ ਚੇਟ ਕੀ ਐਸੀ ਲੱਗੀ ਸਾਧ ਸੰਗਤ, ਸਤਿਗੁਰਾਂ ਦਾ ਵਿਛੋੜਾ ਉਹ ਦੁੱਖ ਝੱਲਿਆ ਨਹੀਂ ਜਾਂਦਾ। ਹੁਣ ਦੁੱਖ ਜੀ ਨਾ ਦਰਦ ਵਿਛੋੜੇ ਦਾ, ਕਿਉਂਕਿ ਜਿਨ੍ਹਾਂ ਨੂੰ ਲੱਗ ਗਿਆ ਨਾ ਸਾਧ ਸੰਗਤ ਉਹਨਾਂ ਨੂੰ ਪਤਾ ਹੁੰਦਾ ਵੀ ਵਿਛੋੜੇ ਦਾ ਦਰਦ ਕੀ ਹੈ। ਹੁਣ ਮਾਤਾ ਦਿਨ ਰਾਤ ਕਲਪਦੀ ਰਹਿੰਦੀ ਹੈ, ਸਤਿਗੁਰਾਂ ਦੇ ਦਰਸ਼ਨ ਕਰਨ ਤੋਂ ਰੋਂਦੀ ਰਹਿੰਦੀ ਹੈ। ਬੜਾ ਵੱਡਾ ਦੁੱਖ ਲੱਗਿਆ। ਮਹਾਰਾਜ ਸੱਚੇ ਪਾਤਸ਼ਾਹ ਆਖਰਕਾਰ ਦੁਨੀਆ ਤੋਂ ਜਦੋਂ ਚਲੇ ਗਏ, ਹੁਣ ਸਾਧ ਸੰਗਤੋਂ ਵਿਦਵਾਨ ਨੇ ਬੜਾ ਸੋਹਣਾ ਲਿਖਿਆ। ਉਹ ਕੀ ਕਹਿੰਦਾ? ਜਦੋਂ ਵੀ ਸਤਿਗੁਰੂ ਚਲੇ ਗਏ, ਮਾਤਾ ਨੂੰ ਕਹਿੰਦੇ ਵਿਛੋੜੇ ਦਾ ਦਰਦ ਕਿੰਨਾ ਹੋਇਆ, ਦੁੱਖ ਕਿੰਨਾ ਹੋਇਆ। ਇੱਕ ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ, ਇੱਕ ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ, ਇੱਕ ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ, ਇੱਕ ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ, ਇੱਕ ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੋਈ, ਇੱਕ ਦਰਦ ਵਿਛੋੜੇ ਦਾ
ਲੱਗਿਆ ਜਾਣਦੇ ਸੋਈ। ਇੱਕ ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ, ਦੁੱਖ ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ। ਇੱਕ ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ। ਇੱਕ ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ। ਇੱਕ ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ। ਇੱਕ ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ। ਆਹ ਲੱਗਿਆ ਜਾਣਦੇ ਸੇ, ਲੱਗਿਆ ਜਾਣਦੇ ਸੇ, ਲੱਗਿਆ ਜਾਣਦੇ ਸੇ, ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ। ਉਹ ਲੱਗਿਆ ਜਾਣਦੇ ਸੇ, ਲੱਗਿਆ ਜਾਣਦੇ ਸੇ, ਸਾਨੂੰ ਲੱਗਿਆ ਜਾਣਦੇ ਸੇ, ਲੱਗਿਆ ਜਾਣਦੇ ਸੇ, ਸਾਨੂੰ ਲੱਗਿਆ ਜਾਣਦੇ ਸੇ, ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ, ਲੱਗਿਆ ਜਾਣਦੇ ਸੇ, ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ। ਲੱਗਿਆ ਜਾਣਦੇ ਸੇ, ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ, ਲੱਗਿਆ ਜਾਣਦੇ ਸੇ। ਦੁੱਖ ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ, ਦੁੱਖ ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ। ਦੁੱਖ ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ। ਦੁੱਖ ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ। ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ। ਦਰਦ ਵਿਛੋੜੇ ਦਾ ਜਿਨ੍ਹਾਂ ਨੂੰ ਲੱਗਿਆ ਜਾਣਦੇ ਸੇ। ਹੁਣ ਦਰਦ ਦਾ ਕਹਿੰਦੇ ਆਖਰਕਾਰ ਵਿਛੋੜੇ ਦਾ ਦੁੱਖ ਹੈ ਜਿਹੜਾ ਮਾਤਾ ਜੀ ਦਿਨ ਰਾਤ ਕਹਿੰਦੇ ਰੋਂਦੇ ਕਰਲਾਉਂਦੇ ਨੇ, ਬੜਾ ਸਾਧ ਸੰਗਤ ਰੁਦਨ ਕਰਦੇ ਨੇ। ਆਖਰਕਾਰ ਕੀ ਹੋਇਆ, ਕਹਿੰਦੇ ਇੱਕ ਗੁਰਸਿੱਖ ਨੇ ਦੇਖਿਆ ਵੀ ਬਜ਼ੁਰਗ ਮਾਤਾ ਹੈ, ਜਦੋਂ ਵੀ ਲੰਘਦਾ ਤੇ ਇੱਧਰ ਜਾਈਦਾ ਇੱਧਰ ਆਈਦਾ, ਰੋਂਦੀ ਰਹਿੰਦੀ। ਅੱਗੇ ਤਾਂ ਬੜੀ ਸੇਵਾ ਕਰਦੀ ਸੀ। ਉਹਦੇ ਮਨ ਵਿੱਚ ਆਇਆ ਵੀ ਚਲੋ ਆਪਾਂ ਅੱਜ ਪੁੱਛ ਚੱਲਦੇ ਆਂ ਵੀ ਮਾਤਾ ਕਿਉਂ ਰੋਂਦੀ ਰਹਿਨੀ ਹੈ, ਕੀ ਤੈਨੂੰ ਦੁੱਖ ਹੈ, ਕੀ ਤੇਰੀ ਭਾਵਨਾ ਕੈਸਾ, ਕਹਿੰਦੇ ਤੈਨੂੰ ਦੁੱਖ ਲੱਗ ਗਿਆ, ਦਿਨ ਰਾਤ ਰੋਂਦੀ ਰਹਿਨੀ ਹੈ। ਉਹ ਗੁਰਸਿੱਖ ਗਿਆ ਕਹਿੰਦੇ ਬਜ਼ੁਰਗ ਮਾਤਾ ਦੇ ਕੋਲੇ, ਕਹਿਣ ਲੱਗਿਆ ਮਾਤਾ ਜੀ ਆਖਰਕਾਰ ਕਹਿੰਦੇ ਅੱਗੇ ਬੜੀ ਸੇਵਾ ਕਰਦੀ ਸੀ ਜਾ ਕੇ, ਪਰ ਹੁਣ ਮੈਂ ਜਦੋਂ ਲੰਘਦਾ ਤੇ ਆਉਣਾ ਤੇ ਜਾਣਾ ਤੇ ਰੋਂਦੀ ਰਹਿਨੀ ਹੈ। ਕਹਿੰਦੇ ਐਸਾ ਕੀ ਤੈਨੂੰ ਦੁੱਖ ਲੱਗਿਆ, ਕੀ ਕਾਰਨ ਕਰਕੇ ਰੋਂਦੀ ਰਹਿਨੀ ਹੈ। ਉਹ ਮਾਤਾ ਨੇ ਕਹਿੰਦੀ ਅੱਗੋਂ ਸਵਾਲ ਕੀਤਾ, ਕਹਿੰਦੀ ਪੁੱਤਰ ਅੱਗੇ ਸਤਿਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਲੱਗਦਾ ਸੀ, ਜਿੱਥੇ ਸਤ ਸੰਗਤ ਹੁੰਦੀ, ਨਾਮ ਦੇ ਕਹਿੰਦੇ ਆਖਰ ਕਰ ਉੱਥੇ ਜਿਹੜੇ ਮੋਤੀ ਕਹਿੰਦੇ ਪਹਿਨਣ ਵਾਸਤੇ ਮਿਲਦੇ, ਨਾਮ ਦਾ ਰਸ ਮਿਲਦਾ, ਸੇਵਾ ਸਿਮਰਨ ਕਰਦੀ ਮਨ ਹਰ ਪਲ ਕਹਿੰਦੇ ਖੁਸ਼ੀ ਵੀ ਰਹਿੰਦਾ। ਪਰ ਹੁਣ ਸਤਿਗੁਰੂ ਚਲੇ ਗਏ, ਉਹਨਾਂ ਦੇ ਜਾਣ ਦਾ ਵਿਛੋੜਾ ਕਹਿੰਦੇ ਝੱਲਿਆ ਨਹੀਂ ਜਾ ਸਕਦਾ, ਬੜਾ ਦੁੱਖ ਹੈ ਉਹਨਾਂ ਦੇ ਜਾਣ ਦਾ। ਉਹ ਗੁਰਸਿੱਖ ਕਹਿਣ ਲੱਗਿਆ, ਕਹਿੰਦਾ ਮਾਤਾ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੇ ਚਲੇ ਗਏ ਦੁਨੀਆ ਤੋਂ, ਫਿਰ ਕਹਿੰਦੇ ਕੋਈ ਗੱਲ ਨਹੀਂ, ਆਖਰਕਾਰ ਕਹਿੰਦੇ ਉਹੀ ਜੋਤ ਉਹੀ ਸਾਰਾ ਕੁਝ, ਉਹ ਆਪਣੀ ਗੁਰਤਾ ਗੱਦੀ ਆਪਣੇ ਆਖਰਕਾਰ ਹਰ ਰਾਏ ਜੀ ਨੂੰ ਪੋਤਰੇ ਨੂੰ ਦੇ ਗਏ ਨੇ। ਹੁਣ ਜਦੋਂ ਸਾਧ ਸੰਗਤ ਕਿਹਾ ਉਹਨਾਂ ਦੀ ਸੇਵਾ ਕਰ, ਉਹਨਾਂ ਦੇ ਕੋਲੋਂ ਜੋ ਚਾਹੇਗੀ ਮੰਗੇਗੀ ਮਿਲ ਜਾਏਗਾ। ਤੇ ਉਹ ਕਹਿਣ ਲੱਗੀ ਪੁੱਤਰਾ ਸੱਚ ਕਹਿੰਦਾ, ਕਹਿੰਦਾ ਮਾਤਾ ਰੋਂਦੀ ਕਿਉਂ ਆ, ਤੂੰ ਖੜੀ ਹੋ ਮੇਰੇ ਨਾਲ ਚੱਲ, ਤੈਨੂੰ ਮੈਂ ਦਿਖਾਉਣਾ ਉਹੀ ਜੋਤ ਸਭ ਕੁਝ, ਕਹਿੰਦੇ ਉਹੀ ਸ਼ਕਤੀਆਂ ਉਹੀ ਸਾਰਾ ਕੁਝ, ਸੰਗਤਾਂ ਆਉਂਦੀਆਂ ਨੇ, ਰੌਣਕ ਮੇਰੇ ਲੱਗਦੇ ਨੇ, ਦੀਵਾਨ ਸਜਦੇ ਨੇ, ਤੂੰ ਘਰ ਬੈਠੀ ਕਿਉਂ, ਮਨ ਤੇ ਆਸਰਾ ਕਿਉਂ ਛੱਡਿਆ, ਬੇਆਸਰ ਕਿਉਂ ਹੋ ਗਈ ਹੈ। ਹੁਣ ਮਾਤਾ ਨੂੰ ਨਾਲ ਲੈ ਕੇ ਆਇਆ, ਸਤਿਗੁਰਾਂ ਦਾ ਦਰਬਾਰ ਸਜਿਆ, ਸੱਚਮੁੱਚ ਜਦੋਂ ਵਿਚਾਰਾਂ ਸੁਣੀਆਂ, ਦਰਸ਼ਨ ਕੀਤੇ, ਮਨ ਗਦ ਗਦ ਹੋ ਗਿਆ, ਜਿਹੜਾ ਦੁੱਖ ਦਾ ਵਿਛੋੜਾ ਸੀ ਕਹਿੰਦੇ ਦੂਰ ਹੋ ਗਿਆ।
ਮਾਤਾ ਕਹਿੰਦੇ ਖੁਸ਼ੀ ਵਿੱਚ ਆ ਕੇ ਸੇਵਾ ਦੇ ਵਿੱਚ ਫੇਰ ਤਤਪਰ ਜੁੜ ਗਏ। ਹੁਣ ਹਰ ਪਲ ਕਹਿੰਦੇ ਸੇਵਾ ਵਿੱਚ ਜੁੜੇ ਰਹਿੰਦੇ ਨੇ। ਆਖਿਰਕਾਰ ਮਾਤਾ ਨੇ ਸੋਚਿਆ, ਇੱਕ ਦਿਨ ਫੇਰ ਕਹਿੰਦੇ ਮਨ ਵਿੱਚ ਆਈ, ਉਹ ਮਨਾ ਪਹਿਲਾਂ ਮਨ ਹੀ ਮਨ ਕਹਿੰਦੇ ਸੰਕਲਪ ਕੀਤਾ ਕਿ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾ ਦਿਆਂ ਤੇ ਦੁਬਾਰਾ ਕਿਤੇ ਫੇਰ ਨਾ ਇਹ ਮੌਕਾ ਲੰਘ ਜਾਵੇ। ਤੇ ਸਤਿਗੁਰੂ ਹਰਗੋਬਿੰਦ ਮਹਾਰਾਜ ਜੀ ਤਾਂ ਚਲੇ ਗਏ ਤੇ ਇਹ ਸਤਿਗੁਰੂ ਹਰ ਰਾਏ ਜੀ ਇਹਨਾਂ ਨੂੰ ਕਹਿੰਦੇ ਆਪਣੇ ਪ੍ਰਸ਼ਾਦਾ ਛਕਾ ਕੇ ਮਨ ਦੀ ਰੀਝ ਪੂਰੀ ਕਰ ਲਵਾਂ। ਤੇ ਗੁਰਸਿੱਖਾਂ ਨੂੰ ਬੇਨਤੀ ਕੀਤੀ ਕਿ ਭਾਈ ਮੈਂ ਜੇ ਸਤਿਗੁਰਾਂ ਵਾਸਤੇ ਮੈਂ ਪ੍ਰਸ਼ਾਦਾ ਲੈ ਕੇ ਆਵਾਂ, ਮੇਰੀ ਇੱਛਾ ਭਾਵਨਾ ਮੇਰੇ ਅੰਦਰ ਪ੍ਰੇਮ ਹੈ, ਚਾਹ ਹੈ, ਤੇ ਛਕ ਲੈਣਗੇ। ਉਹ ਗੁਰਸਿੱਖ ਕਹਿਣ ਲੱਗੇ, ਮਾਤਾ ਕਹਿੰਦੇ ਜਿੱਦੇ ਪ੍ਰੇਮ ਨਾਲ ਲੈ ਕੇ ਆਏਗੀ, ਜਦੋਂ ਮਰਜ਼ੀ ਲੈ ਕੇ ਆ, ਤੇ ਸਤਿਗੁਰੂ ਚਾਹਣਗੇ, ਉਹਨਾਂ ਦੀ ਮੌਜ ਹੈ, ਕਹਿੰਦੇ ਉਹ ਛਕ ਲੈਣਗੇ, ਤੂੰ ਲੈ ਕੇ ਤਾਂ ਆ ਨਾ ਇੱਕ ਵਾਰੀ। ਹੁਣ ਮਾਤਾ ਨੇ ਗਈ ਸਾਧ ਸੰਗਤ ਘਰ, ਕਹਿੰਦੇ ਆਪਣੀ ਕੁਝ ਮਿਹਨਤ ਮਜ਼ਦੂਰੀ ਕੀਤੀ, ਕੁਝ ਪੈਸੇ ਇਕੱਠੇ ਕੀਤੇ, ਰਸਤ ਪਾਣੀ ਲਿਆਂਦੀ, ਸਾਰੀਆਂ ਤਿਆਰੀਆਂ ਵਾਰੀਆਂ ਕਰ ਲੀਆਂ। ਆਖਿਰਕਾਰ ਕਹਿੰਦੇ ਮਾਤਾ ਹੁਣ ਅੰਮ੍ਰਿਤ ਵੇਲੇ ਉੱਠੀ, ਕਹਿੰਦੇ ਸਾਰਾ ਕੁਝ ਪ੍ਰਸ਼ਾਦਾ ਬਾਣੀ ਪੜ੍ਹਦਿਆਂ ਵੀ ਸਾਧ ਸੰਗਤ ਤਿਆਰ ਕਰਦੀ ਹੈ। ਤੇ ਨਾਲੇ ਮਾਤਾ ਅੰਮ੍ਰਿਤ ਵੇਲੇ ਕਹਿੰਦੇ ਬਾਣੀ ਪੜ੍ਹੀ ਜਾਂਦੀ ਹੈ, ਸਤਨਾਮ ਦਾ ਵਾਹਿਗੁਰੂ ਦਾ ਜਾਪ ਕਰਦੀ ਹੈ, ਤੇ ਨਾਲੇ ਪ੍ਰਸ਼ਾਦਾ ਸਤਿਗੁਰਾਂ ਦੇ ਨਾਲ ਯਾਦ ਕਰ ਕਰਕੇ ਸਾਧ ਸੰਗਤ ਇਸ ਤਰ੍ਹਾਂ ਜਾਪ ਕਰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਧਰ ਕੇ ਮਾਤਾ ਜਦੋਂ ਪ੍ਰਸ਼ਾਦੇ ਤਿਆਰ ਕਰਦੀ ਹੈ, ਜਪਦੀ ਹੈ ਸਾਧ ਸੰਗਤ, ਸਤਨਾਮ 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 ਜੀ, ਵਾਹਿਗੁਰੂ 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 ਜੀ। ਓ ਸਤਨਾਮ 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 ਜੀ, ਵਾਹਿਗੁਰੂ 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 ਜੀ। 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 ਇਸ ਤਰ੍ਹਾਂ ਬੇਨਤੀਆਂ ਕਰਦੀ ਸਾਧ ਸੰਗਤ ਜਪਦੀ ਹੈ, ਨਾਲੇ ਸਤਿਗੁਰਾਂ ਨੂੰ ਯਾਦ ਕਰ ਰਹੀ ਹੈ। ਹੁਣ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆਂ ਪ੍ਰਸ਼ਾਦਾ ਤਿਆਰ ਕੀਤਾ। ਹੁਣ ਮਾਤਾ ਨੇ ਪ੍ਰਸ਼ਾਦਾ ਕਹਿੰਦੇ ਆਖਰਕਾਰ ਤਿਆਰ ਕਰਕੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਲ ਲੈ ਕੇ ਸਾਧ ਸੰਗਤ ਚੱਲ ਪਈ। ਆਪਣੇ ਹੱਥ ਵਿੱਚ ਕਹਿੰਦੇ ਹੁਣ ਸਾਧ ਸੰਗਤ ਪ੍ਰਸ਼ਾਦੇ ਜੋ ਘਰ ਦੇ ਵਿੱਚ ਮਾਤਾ ਨੇ ਬਣਾਇਆ, ਰੁੱਖਾ ਮਿੱਸਾ ਜੋ ਜਾ ਸੀ, ਕਿਉਂਕਿ ਪ੍ਰੇਮ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਪਦਾਰਥਾਂ ਦੇ ਭੁੱਖੇ ਨਹੀਂ, ਉਹ ਪ੍ਰੇਮਾ ਭਗਤੀ ਦੇ ਭੁੱਖੇ ਨੇ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਮੂੰਹ ਲਾਲਣ ਸਿਓ ਪ੍ਰੀਤ ਬਣੀ, ਤੋੜੀ ਨਾ ਟੁੱਟੈ ਸੋਰੀ ਨਾ ਸੁੱਟੈ, ਐਸੀ ਮਾਧੋ ਖਿੱਚ ਤਣੀ। ਫਿਰ ਕਹਿੰਦੇ ਜਦੋਂ ਪ੍ਰੇਮ ਬਣ ਜੇ ਨਾ ਮਹਾਰਾਜ ਨਾਲ, ਫਿਰ ਨਾ ਤੋੜਿਆ ਜਾ ਸਕਦਾ ਤੇ ਨਾ ਛੱਡਿਆ ਜਾ ਸਕਦਾ। ਐਸੀ ਖਿੱਚ ਕੇ ਕਹਿੰਦੇ ਪ੍ਰੀਤ ਤਣੀ ਕਹਿੰਦੇ ਬਣ ਜਾਂਦੀ ਹੈ ਮਹਾਰਾਜ ਦੇ ਨਾਲ, ਪ੍ਰੀਤ ਬਣ ਗਈ। ਆਖਰਕਾਰ ਗੁਰੂ ਦਰਬਾਰ ਵੱਲ ਪ੍ਰਸ਼ਾਦੇ ਲੈ ਕੇ ਚੱਲ ਪਈ ਸਾਧ ਸੰਗਤ, ਤੇ ਨਾਲੇ ਬੇਨਤੀਆਂ ਕਰਦੀ ਜਾਂਦੀ ਹੈ ਵੀ ਕਿਤੇ ਮਹਾਰਾਜ ਛਕਣਗੇ, ਪਤਾ ਨਹੀਂ ਛਕਣਗੇ। ਜੇ ਕਿਤੇ ਗੁਰਸਿੱਖ ਨੂੰ ਕਿਸੇ ਨੂੰ ਫੜਾ ਦਿੱਤਾ, ਕਿਤੇ ਪ੍ਰਸ਼ਾਦੇ ਫੜ ਕੇ ਮੈਥੋਂ ਕਿਤੇ ਪਰੀ ਨਾ ਰੱਖ ਦੇਵੇ, ਮੇਰੇ ਮਨ ਦੀ ਭਾਵਨਾ ਕਿਤੇ ਫਿਰ ਅਧੂਰੀ ਰਹਿ ਜਾਵੇ। ਹੁਣ ਆਪਣੇ ਮਨ ਹੀ ਮਨ ਸਾਧ ਸੰਗਤ ਉਹ ਮਾਤਾ ਕਹਿੰਦੇ ਅਰਦਾਸਾਂ ਕਰਦੀ ਜਾਂਦੀ ਹੈ। ਕਹਿੰਦੇ ਜੇ ਕੋਈ ਗੁਰੂ ਦੇ ਪਿਆਰ ਵਾਲਾ ਨਾ ਸਾਧ ਸੰਗਤ, ਜਿਹਦੇ ਅੰਦਰ ਗੁਰੂ ਪ੍ਰਤੀ ਪ੍ਰੇਮ ਹੈ, ਭਾਵਨਾ ਹੈ, ਹੁਣ ਇਸੇ ਕਰਕੇ ਮੈਂ ਨੈਣੀ ਨੀਂਦ ਨਾ ਆਵੇ ਜਿਉ, ਪਾਣੀ ਅੰਨ ਨਾ ਪਾਵੇ। ਕੋਈ ਗੁਰੂ ਦੇ ਪਿਆਰ ਵਾਲਾ, ਭਾਵਨਾ ਵਾਲਾ,
कोई आन मिलावे मेरा प्रीतम प्यारा, हूँ तुस पह आप बिचाई। कोई सतगुरां नूं मिला देवे, कोई विचोला बन के साध संगत ਉਹਦੇ ਉੱਤੋਂ मैं अपना तन मन वार दियां ते माता अरदासां करदी है साध संगत। ओ मैं तन मन उस तो वार दिया, तन मन उस तो वार दिया, ਤਨ ਮਨ ਉਸ ਤੋਂ ਵਾਰ ਦਿਆਂ, तन मन उस तो वार दिया, ਤਨ ਮਨ ਉਸ ਤੋਂ ਵਾਰ ਦਿਆਂ, ਤਨ ਮਨ ਉਸ ਤੋਂ ਵਾਰ ਦਿਆਂ, मैं तन मन उस तो वार दिया, मैं तन मन उस तो वार दिया, ਤਨ ਮਨ ਉਸ ਤੋਂ ਵਾਰ ਦਿਆਂ, ਤਨ ਮਨ ਉਸ ਤੋਂ ਵਾਰ ਦਿਆਂ, ਮੈਂ ਤਨ ਮਨ ਉਸ ਤੋਂ ਵਾਰ ਦਿਆਂ, ਮੈਂ ਤਨ ਮਨ ਉਸ ਤੋਂ ਵਾਰ ਦਿਆਂ। जो सतगुर नाल मिला दे, सतगुर नाल मिला दे, तन मन उस तो वार दिया, मैं तन मन उस तो वार दिया, ਜੋ ਸਤਿਗੁਰ ਨਾਲ ਮਿਲਾਵੇ, तन मन उस तो ਵਾਰ ਦਿਆਂ, ਮੈਂ ਤਨ वार दिया, ਜੋ ਸਤਿਗੁਰ ਨਾਲ ਮਿਲਾਵੇ, ਤਨ ਮਨ ਉਸ ਤੋਂ ਵਾਰ ਦਿਆਂ, ਮੈਂ ਤਨ ਮਨ ਉਸ ਤੋਂ ਵਾਰ ਦਿਆਂ। ਹੁਣ ਉਹ ਮਾਤਾ ਕਹਿੰਦੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਮੈਂ ਆਪਣੇ ਆਪ ਕਹਿੰਦੇ ਕੁਰਬਾਨ ਕਰ ਦੇਵਾਂਗੀ, ਉਹਨਾਂ ਤੋਂ ਵਾਰ ਦੇਵਾਂਗੀ ਜੋ ਮੈਨੂੰ ਸਤਿਗੁਰੂ ਦੇ ਨਾਲ ਮਿਲਾ ਦੇ। ਤੇ ਮੈਂ ਪ੍ਰਸ਼ਾਦਾ ਲੈ ਕੇ ਜਾ ਰਹੀ ਹਾਂ ਤੇ ਸਤਿਗੁਰਾਂ ਨੂੰ ਕਹਿ ਕੇ ਮੇਰਾ ਪ੍ਰਸ਼ਾਦਾ ਛਕ ਲੈਣ। ਇਤਨੇ ਨੂੰ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਧੰਨ ਗੁਰੂ ਹਰ ਰਾਏ ਜੀ ਮਹਾਰਾਜ ਜੀ ਨੇ ਕਹਿੰਦੇ ਮਾਤਾ ਦੇ ਦਿਲ ਦੀ ਗੱਲ ਨੂੰ ਜਾਣ ਲਿਆ ਸਾਧ ਸੰਗਤ। ਹੁਣ ਜਦੋਂ ਦਿਲ ਦੀ ਗੱਲ ਨੂੰ ਜਾਣ ਲਿਆ ਨਾ, ਜਿੱਧਰੋਂ ਮਾਤਾ ਜੀ ਦਰਬਾਰ ਵੱਲ ਜਾ ਰਹੇ ਨੇ ਤੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਨੇ ਆਪਣਾ ਘੋੜਾ ਮੰਗਵਾਇਆ ਤੇ ਘੋੜ ਸਵਾਰ ਹੋ ਕੇ ਨਾ ਕੁਝ ਗੁਰਸਿੱਖਾਂ ਨੂੰ ਲੈ ਕੇ ਉਧਰ ਨੂੰ ਚੱਲ ਪਏ, ਜਿੱਧਰੋਂ ਮਾਤਾ ਕਹਿੰਦੇ ਪ੍ਰਸ਼ਾਦਾ ਲੈ ਕੇ ਸਤਿਗੁਰੂ ਦਰਬਾਰ ਵੱਲ ਜਾ ਰਹੀ ਹੈ। ਤੇ ਆਖਰਕਾਰ ਜਦੋਂ ਮਾਤਾ ਨੇ ਦੂਰੋਂ ਦੇਖਿਆ ਨਾ ਵੀ ਮੈਂ ਤਾਂ ਬੜੇ ਚਾਅ ਨਾਲ, ਬੜੇ ਪ੍ਰੇਮ ਨਾਲ, ਬੜੀ ਸ਼ਰਧਾ ਨਾਲ, ਭਾਵਨਾ ਦੇ ਨਾਲ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਈ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਸੱਚਮੁੱਚ ਹੀ ਉਹ ਆਉਂਦੇ ਨੇ, ਉਹ ਤਾਂ ਕਿਸੇ ਪਾਸੇ ਜਾ ਰਹੇ ਨੇ, ਹੁਣ ਮੇਰਾ ਪ੍ਰਸ਼ਾਦਾ ਕਿਵੇਂ ਛਕਣਗੇ। ਆਖਰਕਾਰ ਕਹਿੰਦੇ ਮਾਤਾ ਅੱਖਾਂ ਮੀਚਲੀਆਂ ਤੇ ਹੱਥ ਜੋੜ ਲਏ, ਹੱਥ ਜੋੜ ਕੇ ਖਲੋ ਗਈ ਇੱਕ ਪਾਸੇ ਹੋ ਕੇ। ਇਤਨੇ ਨੂੰ ਸਤਿਗੁਰੂ ਹਰ ਰਾਏ ਜੀ ਮਹਾਰਾਜ ਸੱਚੇ ਪਾਤਸ਼ਾਹ ਉਹ ਬਜ਼ੁਰਗ ਮਾਤਾ ਦੇ ਕੋਲ ਆ ਗਏ, ਬਾਜ ਮਾਰੀ, ਕਹਿੰਦੇ ਮਾਤਾ ਜਦੋਂ ਕਿਤੇ ਬੱਚੇ ਨੂੰ ਭੁੱਖ ਲੱਗਦੀ ਹੈ ਨਾ ਤੇ ਮਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ, ਤੇ ਮਾਂ ਸਾਨੂੰ ਭੁੱਖ ਬੜੀ ਲੱਗੀ ਹੈ, ਲਿਆ ਕਹਿੰਦੇ ਪ੍ਰਸ਼ਾਦਾ ਜਿਹੜਾ ਸਾਡੇ ਵਾਸਤੇ ਲੈ ਕੇ ਆਈਆਂ ਛਕ ਲਈਏ। ਤੇ ਸਾਧ ਸੰਗਤ ਮਾਤਾ ਨੇ ਦੋਨੇ ਹੱਥ ਅੱਗੇ ਕਰ ਦਿੱਤੇ ਪ੍ਰਸ਼ਾਦਾ ਜਿਨ੍ਹਾਂ ਦੇ ਵਿੱਚ ਫੜਿਆ ਹੋਇਆ, ਤੇ ਸਤਿਗੁਰੂ ਹਰ ਰਾਏ ਜੀ ਨੇ ਫੜਿਆ, ਘੋੜੇ ਤੇ ਬੈਠਿਆਂ ਬਿਠਾਇਆ ਪ੍ਰਸ਼ਾਦਾ ਛਕਿਆ। ਸਾਧ ਸੰਗਤ ਹੁਣ ਪ੍ਰਸ਼ਾਦਾ ਛਕ ਕੇ ਨਾ ਮਹਾਰਾਜ ਤੇ ਨਾਲੇ ਬਾਚਨ ਕਰੀ ਜਾਂਦੇ ਨੇ, ਕਹਿੰਦੇ ਮਾਤਾ ਤੂੰ ਨਿਹਾਲ ਹੋ ਗਈ, ਨਿਹਾਲ ਹੋ ਗਈ, ਨਿਹਾਲ ਹੋ ਗਈ। ਹੁਣ ਮਾਤਾ ਨੂੰ ਜੋ 3 ਵਾਰਾਂ ਬਾਚਨ ਕਰ ਦਿੱਤਾ ਨਾ ਵੀ ਨਿਹਾਲ ਹੋ ਗਈ, ਤੇ ਨਾਲੇ ਬਾਚਨ ਕਰ ਦਿੱਤਾ, ਕਹਿੰਦੇ ਮਾਤਾ ਮੰਗ ਜੋ ਕੁਝ ਮੰਗਣਾ, ਕਹਿੰਦੇ ਪ੍ਰਸ਼ਾਦਾ ਤੇਰਾ ਬੜਾ ਸਵਾਦਿਸ਼ਟ ਤੀ, ਬੜਾ ਆਨੰਦ ਆਇਆ ਛਕ ਕੇ। ਤੇ ਆਖਰਕਾਰ ਮਾਤਾ ਨੇ ਹੱਥ ਜੋੜ ਲਈ, ਸੱਚੇ ਪਾਤਸ਼ਾਹ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮੇਰੇ ਮਨ ਦੀ ਬਸ ਦੁਨੀਆ ਤੇ ਸੰਸਾਰ ਤੇ ਨਾ ਭੁੱਖ ਲੈ ਜੇ, ਨਾਮ ਦੀ ਦਾਤ ਦੇ ਦਿਓ, ਹੋਰ ਮੈਨੂੰ ਕੁਝ ਨਹੀਂ, ਸਭ ਕੁਝ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਦਿੱਤਾ ਬਹੁਤ ਕੁਝ ਹੈ। ਮਾਤਾ ਕਹਿੰਦੇ ਬੜੇ ਤਰੁੱਠੇ ਆ, ਮੰਗ ਲੈ ਜੋ ਮੰਗਣਾ। ਹੁਣ ਮਾਤਾ ਨੂੰ ਕਹਿਣ ਲੱਗੇ ਸਤਿਗੁਰੂ ਕੇ ਮਾਂ ਅੱਜ ਕੱਲ ਮਾਮਾ ਭੈਣਾਂ ਨੂੰ ਹੁੰਦਾ ਨਾ ਸੋਨੇ ਚਾਂਦੀ ਦੇ ਗਹਿਣੇ ਪਾਉਣ ਦਾ ਜ਼ਿਆਦਾ ਸ਼ੌਂਕ ਹੁੰਦਾ, ਤੇ ਸਤਿਗੁਰੂ ਕਹਿੰਦੇ ਮਾਤਾ ਤੈਨੂੰ ਸੋਨਾ ਚਾਂਦੀ ਦੇ ਦਈਏ ਜਾਂ ਧਨ ਦੌਲਤ ਕੋਈ ਮਾਇਆ ਦੇ ਦਈਏ ਜਾਂ ਦੁਨੀਆ ਦਾ ਕੋਈ ਰਾਜ ਭਾਗ, ਕਹਿੰਦੇ ਜੋ ਮੰਗ ਲੈ ਜੇ ਮੰਗਣਾ। ਅੱਗੋਂ ਮਾਤਾ ਸਾਧ ਸੰਗਤ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਹੱਥ ਜੋੜ ਕੇ
ਕੀ ਕਹਿੰਦੀ ਹੈ ਸਾਧ ਸੰਗਤ, ਬੇਨਤੀਆਂ ਕਰਦੀ ਹੈ। ਨਾ ਸੋਨਾ ਕੰਮ ਆਵੇਗਾ ਨਾ ਚਾਂਦੀ ਆਵੇਗੀ, 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 ਸੋਨਾ ਕੰਮ ਆਵੇਗਾ ਨਾ ਚਾਂਦੀ ਆਵੇਗੀ। ਸੱਜ ਧੱਜ ਕੇ ਇੱਕ ਦਿਨ ਮੌਤ ਦੀ ਦੀਵਾਨੀ ਆਵੇਗੀ, ਸੱਜ ਧੱਜ ਕੇ ਇੱਕ ਦਿਨ ਮੌਤ ਦੀ ਦੀਵਾਨੀ ਆਵੇਗੀ, ਸੱਜ ਧੱਜ ਕੇ ਜਿਸ ਦਿਨ ਮੌਤ ਦੀ ਦੀਵਾਨੀ ਆਵੇਗੀ, ਸੱਜ ਧੱਜ ਕੇ ਜਿਸ ਦਿਨ ਮੌਤ ਦੀ ਦੀਵਾਨੀ ਆਵੇਗੀ, ਨਾ ਸੋਨਾ ਕੰਮ ਆਵੇਗਾ ਨਾ ਚਾਂਦੀ ਆਵੇਗੀ, 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 ਸੋਨਾ ਕੰਮ ਆਵੇਗਾ ਨਾ ਚਾਂਦੀ ਆਵੇਗੀ। ਕਹਿੰਦੇ ਮਹਾਰਾਜ ਇਹ ਸਾਰੀਆਂ ਚੀਜ਼ਾਂ ਮੇਰੇ ਕੀ ਕੰਮ ਨੇ, ਹੁਣ ਤਾਂ ਅੱਗੇ ਮੌਤ ਹੈ, ਬਸ ਹੋਰ ਦੁਨੀਆ ਤੇ ਕੁਛ ਨਹੀਂ, ਬਾ ਕਿਰਪਾ ਕਰ ਦਿਓ ਜੇ ਦਿਆਲੂਓ ਕਿਰਪਾਲੂਓ, ਤੇ ਬਸ ਮੇਰੀ ਜ਼ਿੰਦਗੀ ਦਾ ਜਦੋਂ ਅੰਤ ਹੋਵੇ, ਮੇਰਾ ਜੀਵਨ ਮੁਕਤ ਹੋ ਜਾਵੇ, ਮੇਰਾ ਸੰਸਾਰ ਤੋਂ ਇਹ ਭਵਜਲ ਸੰਸਾਰ ਦੇ ਵਿੱਚੋਂ ਪਾਰ ਉਤਾਰਾ ਹੋ ਜਾਵੇ, ਜ਼ਿੰਦਗੀ ਦਾ ਬੇੜਾ ਪਾਰ ਲੱਗ ਜਾਵੇ, ਜਿਸ ਕਾਰਜ ਵਾਸਤੇ ਮੈਂ ਆਇਆ ਸੀ ਮੇਰਾ ਜੀਵਨ ਸਫਲਾ ਹੋ ਜਾਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਾਤਾ ਜੇ ਮੰਗਣਾ ਹੈ ਮੰਗ ਲੈ, ਮੁਕਤ ਵੀ ਹੋ ਜਾਏਂਗੀ, ਭਵਜਲ ਸੰਸਾਰ ਤੋਂ ਵੀ ਤਰ ਜਾਏਂਗੀ, ਤੇਰਾ ਆਧਾਰ ਵੀ ਹੋ ਜਾਣਾ ਹੈ। ਕਿਉਂਕਿ ਜਦੋਂ ਸਾਡੇ ਅੰਦਰ ਪ੍ਰੇਮ ਬਣ ਗਿਆ, ਭਾਵਨਾ ਬਣ ਗਈ, ਸ਼ਰਧਾ ਬਣ ਗਈ, ਤੇ ਸਤਿਗੁਰੂ ਨਾਨਕ ਪਾਤਸ਼ਾਹ ਦਾ ਦਰ ਐਸਾ ਪਿਆਰੇ, ਇੱਥੇ ਮੰਗਣ ਦੀ ਲੋੜ ਨਹੀਂ, ਆਪਣੇ ਆਪ ਸਭ ਕੁਝ ਪ੍ਰਾਪਤ ਹੁੰਦਾ ਹੈ, ਪਰ ਭਾਵਨਾ ਹੋਵੇ, ਮਾਤਾ ਵਾਂਗੂ ਸ਼ਰਧਾ ਹੋਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਦਾ ਪ੍ਰਸ਼ਾਦਾ ਛਕਿਆ, ਜੋ ਨੇ ਮੰਗਿਆ, ਤੇ ਸਤਿਗੁਰੂ ਦੇ ਦਰ ਤੋਂ ਸਾਧ ਸੰਗਤ ਪ੍ਰਾਪਤ ਹੋਇਆ। ਕਿਉਂਕਿ ਮਾਤਾ ਦਾ ਜੀਵਨ ਹੀ ਕੀ ਐਸਾ ਹੁੰਦਾ ਹੈ, ਮਾਂ ਦੇ ਸਾਧ ਸੰਗਤ ਪ੍ਰੇਮ ਹੀ ਐਸਾ ਹੁੰਦਾ ਹੈ, ਕਹਿੰਦੇ ਭਾਵਨਾ ਹੀ ਐਸੀ ਹੁੰਦੀ ਹੈ। ਹੁਣ ਜਦੋਂ ਸਤਿਗੁਰਾਂ ਨੇ ਮਾਂ ਹੀ ਕਹਿ ਦਿੱਤਾ, ਮਾਂ ਦਾ ਰੁਤਬਾ, ਮਾਂ ਦਾ ਪਿਆਰ ਦੁਨੀਆ ਤੇ ਇੱਕ ਬੜਾ ਵੱਡਾ ਸਾਧ ਸੰਗਤ, ਕਿਉਂਕਿ ਮਾਂ ਇੱਕ ਐਸੀ ਚੀਜ਼ ਹੈ ਵੀ ਸਾਰੀ ਦੁਨੀਆ ਸੰਸਾਰ ਭਾਵੇਂ ਇੱਕ ਪਾਸੇ ਹੋ ਜੇ, ਪਰ ਮਾਂ ਦੇ ਪਿਆਰ ਦਾ ਮੁਕਾਬਲਾ ਕਦੇ ਕੋਈ ਹੋਰ ਨਹੀਂ ਕਰ ਸਕਦਾ। ਜੋ ਮਾਂ ਦੇ ਕੋਲੋਂ ਪੁੱਤਰ ਨੂੰ, ਬੱਚੇ ਨੂੰ ਮਿਲੇਗਾ ਨਾ, ਉਹ ਹੋਰ ਨਹੀਂ ਕੋਈ ਦੇ ਸਕਦਾ। ਮਾਂ ਇੱਕ ਐਸੀ ਚੀਜ਼ ਹੈ ਦੁਨੀਆ ਤੇ ਸੰਸਾਰ ਤੇ, ਮਾਂ ਤੋਂ ਬਿਨਾ ਜ਼ਿੰਦਗੀ ਸਾਧ ਸੰਗਤ ਅਧੂਰੀ ਰਹਿ ਜਾਂਦੀ ਹੈ। ਮਾਂ ਤੋਂ ਬਿਨਾ ਜੀਵਨ ਸਾਡਾ ਨਰਕ ਬਣ ਜਾਂਦਾ ਸਾਧ ਸੰਗਤ। ਕਿਉਂਕਿ ਜਿਨ੍ਹਾਂ ਬੱਚਿਆਂ ਦੇ, ਜਿਨ੍ਹਾਂ ਦੇ ਮਾਤਾ ਪਿਤਾ ਚਲੇ ਜਾਂਦੇ ਆ ਨਾ, ਪਤਾ ਉਹਨਾਂ ਨੂੰ ਹੁੰਦਾ ਵੀ ਮਾਂ ਤੇ ਪਿਤਾ ਭਾਵੇਂ ਉਹਨਾਂ ਦੇ ਜਾਣ ਦਾ ਦੁੱਖ ਹੁੰਦਾ ਕੀ ਹੈ। ਇਸ ਕਰਕੇ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਸਾਧ ਸੰਗਤ, ਉਹ ਵਿਦਵਾਨ ਬਚਨ ਕਰਦਾ, ਕਹਿੰਦਾ ਆਖਰਕਾਰ ਦੁਨੀਆ ਤੇ ਸੰਸਾਰ ਤੇ ਮਾਂ ਤੋਂ ਬਿਨਾ ਇਹ ਸੰਸਾਰ ਕਹਿੰਦੇ ਸੁੰਨਾ ਸ਼ਾਰ ਲੱਗਦਾ ਹੈ। ਮਾਂ ਦਾ ਰੁਤਬਾ, ਮਾਂ ਦਾ ਪਿਆਰ ਤੇ ਸਾਧ ਸੰਗਤ ਦੁਨੀਆ ਤੇ ਕਿਤੋਂ ਹੋਰ ਨਹੀਂ ਮਿਲਦਾ। ਉਹ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਕੀ ਕਹਿੰਦਾ ਹੈ, ਹੋ ਮਾਂ ਤੇ ਰੱਬ ਦਾ ਰੂਪ ਕਿਤੋਂ ਇਹ ਲੱਭਦੀਆਂ ਨੀ, ਇੱਕ ਵਾਰੀ ਤੁਰ ਜਨ ਮਾਂ ਮੁੜ ਕੇ ਲੱਭਦੀਆਂ ਨੀ, ਇੱਕ ਵਾਰੀ ਤੁਰ ਜਨ ਮਾਂ ਮੁੜ ਕੇ ਲੱਭਦੀਆਂ ਨੀ, ਲੱਭਦੀਆਂ ਨੀ,
ਲੱਭਦੀਆਂ ਨਹੀਂ। ਇੱਕ ਵਾਰ ਤੁਰ ਜਾਣਾ ਮਾਂ ਮੁੜ ਕੇ ਲੱਭਦੀਆਂ ਨਹੀਂ। ਇੱਕ ਵਾਰ ਤੁਰ ਜਾਣਾ ਮਾਂ ਮੁੜ ਕੇ ਲੱਭਦੀਆਂ ਨਹੀਂ। ਉਹ ਮੁੰਡਾ ਮੂੰਹ ਚੋਂ ਬੋਲ ਜੇ ਬੋਲੇ ਰੋਕਦੀਆਂ, ਮਾੜੇ ਪਾਸੇ ਜਾਣ ਤੋਂ ਮਾਮਾ ਰੋਕਦੀਆਂ। ਇੱਕੋ ਇੱਕ ਮਾਂ ਹੈ ਸਾਧ ਸੰਗਤ ਦੁਨੀਆ ਤੇ ਸੰਸਾਰ ਤੇ ਵੀ। ਬੱਚਾ ਬਚਪਨ ਜਦੋਂ ਹੁੰਦਾ ਹੈ, ਕਈ ਵਾਰ ਵੱਡਾ ਛੋਟਾ ਨਹੀਂ ਦੇਖਦਾ, ਉਹਦਾ ਇਹ ਨਹੀਂ ਪਤਾ ਵੀ ਕੀ ਬੋਲੇ, ਕੀ ਕਹਿੰਦਾ, ਕੀ ਨਹੀਂ ਕਹਿਣਾ। ਤੇ ਮਾਂ ਕਹਿੰਦੇ ਉਹਨੂੰ 100 ਵਾਰੀ ਰੋਕੇਗੀ, ਸਮਝਾਵੇਗੀ, ਪੁੱਤਰ ਰਿਸ਼ਤੇਦਾਰੀ ਤੌਰ ਤੇ ਤੇਰਾ ਤਾਇਆ, ਚਾਚਾ, ਭੈਣ, ਭਰਾ ਜੋ ਵੀ ਕੋਈ ਲੱਗਦਾ ਸਮਝਾਉਂਦੀ ਹੈ ਵੀ ਇਸ ਤਰ੍ਹਾਂ ਨਹੀਂ ਬੋਲੀਦਾ ਹੁੰਦਾ। ਇਸ ਕਰਕੇ ਉਹ ਵਿਦਵਾਨ ਬੜਾ ਸੋਹਣਾ ਲਿਖਦਾ ਹੈ। ਆਖਰਕਾਰ ਕਈ ਵਾਰ ਬੱਚੇ ਮਾੜੀ ਸੰਗਤ ਵਿੱਚ ਪੈ ਜਾਣ, ਮਾਂ 100 ਵਾਰੀ ਰੋਕੇਗੀ, ਪੁੱਤਰਾ ਜੀਵਨ ਨਰਕ ਬਣ ਜਾਣਾ, ਇਹਨਾਂ ਦੀ ਕੁਸੰਗਤ ਨਾ ਕਰਿਆ ਉਹ। ਮੰਦਾ ਮੂੰਹ ਚੋਂ ਬੋਲ ਜੇ ਬੋਲੇ ਟੋਕਦੀਆਂ, ਮਾੜੇ ਪਾਸੇ ਜਾਣ ਤੋਂ ਮਾਮਾ ਰੋਕਦੀਆਂ। ਮਾਂ ਤੇ ਰੱਬ ਦਾ ਰੂਪ ਕਿਤੋਂ ਲੱਭਦੀਆਂ ਨਹੀਂ। ਇੱਕ ਵਾਰੀ ਤੁਰ ਜਾਣ ਮਾਮਾ ਮੁੜ ਕੇ ਲੱਭਦੀਆਂ ਨਹੀਂ। ਇੱਕ ਵਾਰੀ ਤੁਰ ਜਾਣ ਮਾਮਾ ਮੁੜ ਕੇ ਲੱਭਦੀਆਂ ਨਹੀਂ। ਰੂਪ ਨੋਏ ਲੱਭਦੀਆਂ ਨਹੀਂ। ਇੱਕ ਵਾਰੀ ਤੁਰ ਜਾਣ ਮਾਮਾ ਮੁੜ ਕੇ ਲੱਭਦੀਆਂ ਨਹੀਂ। ਇੱਕ ਵਾਰੀ ਤੁਰ ਜਾਣ ਮਾਮਾ ਮੁੜ ਕੇ ਲੱਭਦੀਆਂ ਨਹੀਂ। ਉਹ ਪੁੱਤਰ ਭਾਵੇਂ ਲੱਖ ਜਹਾਨੋਂ ਮੰਦੇ ਨੇ, ਮਾਮਾ ਆਖਣ ਸਾਰੇ ਜੱਗ ਤੋਂ ਚੰਗੇ ਨੇ। ਹੁਣ ਪੁੱਤਰ ਭਾਵੇਂ ਜਿੰਨਾ ਮਰਜੀ ਮਾੜਾ ਹੋਵੇ, ਸਾਧ ਸੰਗਤ ਨਲਾਇਕ ਹੋਵੇ, ਨਸ਼ੇੜੀ ਹੋਵੇ, ਪਰ ਮਾਂ ਆਪਣੇ ਪੁੱਤ ਨੂੰ ਕਦੇ ਮਾੜਾ ਨਹੀਂ ਕਹੇਗੀ। ਉਹ ਕਹੇਗੀ ਸਾਰੀ ਦੁਨੀਆ ਦੇ ਨਾਲੋਂ, ਇਹ ਸੰਸਾਰ ਦੇ ਨਾਲੋਂ ਚੰਗਾ ਹੈ। ਉਹ ਪੁੱਤਰ ਭਾਵੇਂ ਲੱਖ ਜਹਾਨੋਂ ਮੰਦੇ ਨੇ, ਮਾਮਾ ਆਖਣ ਸਾਰੇ ਜੱਗ ਤੋਂ ਚੰਗੇ ਨੇ। ਇਹੋ ਜੀਆਂ ਨੇਕ ਸਲਾਹਾਂ ਇਹੋ ਜੀਆਂ ਨੇਕ ਸਲਾਹਾਂ ਹੋਰ ਕਿਤੋਂ ਲੱਭਦੀਆਂ ਨਹੀਂ। ਇੱਕ ਵਾਰੀ ਤੁਰ ਜਾਣ ਮਾਮਾ ਮੁੜ ਕੇ ਲੱਭਦੀਆਂ ਨਹੀਂ। ਤੁਰ ਜਾਣ ਮਾਮਾ ਮੁੜ ਕੇ ਲੱਭਦੀਆਂ ਨਹੀਂ। ਇੱਕ ਵਾਰੀ ਤੁਰ ਜਾਣ ਮਾਮਾ ਮੁੜ ਕੇ ਲੱਭਦੀਆਂ ਨਹੀਂ। ਇੱਕ ਵਾਰੀ ਤੁਰ ਜਾਣ ਮਾਮਾ ਮੁੜ ਕੇ ਲੱਭਦੀਆਂ ਨਹੀਂ। ਉਹ ਮਾਮਾ ਠੰਡੀਆਂ ਛਾਵਾਂ ਮਾਂ ਬਿਨ ਕੌਣ ਕਰੇ। 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 ਹੁਣ ਮਾਮਾ ਠੰਡੀਆਂ ਛਾਵਾਂ ਮਾਂ ਬਿਨਾ ਕੌਣ ਕਰੇ। ਮਾਂ ਜਿਹਾ ਕਣਸਾਵਾਂ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਵੇ। ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਈ। ਰੱਬ ਪ੍ਰਮਾਤਮਾ ਨੇ ਵੀ ਕਹਿੰਦੇ ਲੱਗਦਾ ਵੀ ਮਾਂ ਦੇ ਕੋਲੋਂ ਛਾਂ ਉਧਾਰੀ ਲੈ ਕੇ ਜਿਵੇਂ ਸਵਰਗ ਬਣਾਏ ਹੁੰਦੇ ਨੇ। ਕਿਉਂਕਿ ਮਾਂ ਸਾਧ ਸੰਗਤ ਮਾਂ ਹੀ ਹੁੰਦੀ ਹੈ। ਮਾਂ ਤੋਂ ਵੱਡਾ ਦੁਨੀਆ ਤੇ ਹੋਰ ਕੋਈ ਪਵਿੱਤਰ ਰਿਸ਼ਤਾ ਨਹੀਂ ਹੋ ਸਕਦਾ। ਸੋ ਮਾਤਾ ਪਿਤਾ ਦਾ ਸਤਿਕਾਰ ਕਰੀਏ, ਉਹਨਾਂ ਦੇ ਨਾਲ ਪਿਆਰ ਕਰੀਏ। ਸਾਧ ਸੰਗਤ ਸਭ ਤੋਂ ਵੱਡਾ ਤੀਰਥ ਦੁਨੀਆ ਤੇ ਸੰਸਾਰ ਤੇ ਮਾਤਾ ਪਿਤਾ ਦੀ ਸੇਵਾ ਦਾ ਸਾਧ ਸੰਗਤ ਗੁਰਬਾਣੀ ਨੇ ਵੀ ਬੜਾ ਵੱਡਾ ਦਰਜਾ ਦਿੱਤਾ ਹੈ।
ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰ ਹੈ। ਦੁਨੀਆ ਤੇ ਸੰਸਾਰ ਤੇ ਮਾਤਾ ਭਾਵੇਂ ਪਿਤਾ ਹੈ, ਇੱਕ ਪਰਮੇਸ਼ਰ ਤੇ ਰੱਬ ਦਾ ਸਾਧ ਸੰਗਤ ਰੂਪ ਹੀ ਹੁੰਦੇ ਨੇ। ਆਓ ਸਾਧ ਸੰਗਤ ਇੱਥੇ ਆਪਾਂ ਸਮਾਪਤੀ ਕਰੀਏ, ਸਮਾਂ ਹੋ ਚੁੱਕਿਆ ਜੀ। ਭੁੱਲਾਂ ਚੁੱਕਾਂ ਦੀਆਂ ਖਿਮਾ, ਲਵਾਈਏ ਹਾਜ਼ਰੀ, ਬੁਲਾਓ ਫਤਿਹ ਸਾਰੀ ਸੰਗਤ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।